ਬੰਧਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਤਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਜ਼ਬਰ ਸ਼ਤਰ ਤਖਤ ਦੇ ਮਾਲਕ। ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਜਾਮੀ ਸੱਚੇ ਪਾਤਸ਼ਾਹ, ਸੁੱਖਾਂ ਦੇ ਸਾਗਰ, ਜਗਤ ਗੁਰੂ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਸਾਰੀਆਂ ਸੰਗਤਾਂ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ, ਹਾਜ਼ਰੀ ਲਵਾਉਂਦਿਆਂ ਹੋਇਆਂ, ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਪਿਆਰ ਨਾਲ ਗੱਜ ਕੇ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਦ ਦੇ ਮਨਜ਼ੂਰ ਗੁਰ ਗੋਬਿੰਦ ਸਿੰਘ। ਹੱਕ ਹੱਕ ਅਗਾ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਸਤਿਗੁਰੂ ਜੀ ਦੀ ਮਹਿਮਾ ਕੀਰਤਨ ਰੂਪ ਵਿੱਚ ਆਪ ਜੀ ਨੂੰ ਭਾਈ ਸਾਹਿਬ ਭਾਈ ਧਨਵੰਤ ਸਿੰਘ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਵਾ ਰਹੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਵੱਡੀ ਮਹਿਮਾ ਹੈ ਜੀ। ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਸਮਝਣ ਵਾਸਤੇ ਵੀ ਕਮਾਈ ਦੀ ਜ਼ਰੂਰਤ ਹੈਗੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਕਮਾਈ ਬਹੁਤ ਸੀਗੀ,
ਪਿਛਲੇ ਜਨਮਾਂ ਦੀ ਕਮਾਈ ਵੀ ਸੀ, ਇਸ ਜਨਮ ਦੀ ਵੀ ਕਮਾਈ ਹੈ ਜੀ। ਇਹਦੇ ਕਰਕੇ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਮਹਿਮਾ ਸਮਝ ਆਈ ਹੈ ਜੀ। ਤੁਸੀਂ ਲੜੀਵਾਰ ਕਥਾ ਸੁਣ ਰਹੇ ਹੋ, ਜਿਹੜਾ ਕੱਲ੍ਹ ਹੀ ਆਪਾਂ ਪ੍ਰਸੰਗ ਸੁਣਿਆ, ਬਾਦਸ਼ਾਹ ਵਾਹਿਗੁਰੂ ਰਾਜਾ ਭੀਮ ਚੰਦ ਜਿਹੜਾ ਜੀ, ਉਹ ਗੁਰੂ ਜੀ ਦੀ ਮਹਿਮਾ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਿਆ, ਕਿਉਂਕਿ ਉਹਦੀ ਕਮਾਈ ਨਹੀਂ ਹੈਗੀ ਜੀ, ਕਮਾਈ ਨਹੀਂ ਹੈਗੀ। ਬਾਣੀ ਨੂੰ ਸਮਝਣਾ, ਗੁਰੂ ਜੀ ਦੀ ਮਹਿਮਾ ਨੂੰ ਸਮਝਣਾ, ਇਹ ਸਭ ਕੁਝ ਕਮਾਈ ਦਾ ਵਿਸ਼ਾ ਹੈਗਾ ਜੀ। ਜਦੋਂ ਬੰਦਾ ਚੌਂਕੜਾ ਮਾਰ ਕੇ ਵਾਹਿਗੁਰੂ ਭਜਨ ਕਰਦਾ, ਜਿਵੇਂ ਵੀ ਬਹਿ ਸਕਦਾ ਉਵੇਂ ਬੈਠ ਕੇ ਭਜਨ ਕਰਦਾ, ਸੁਰਤ ਨੂੰ ਟਿਕਾਉਂਦਾ, ਫਿਰ ਕਮਾਈ 'ਚ ਵਾਧਾ ਪੈਂਦਾ ਸਾਧ ਸੰਗਤ ਜੀ। ਉਹਦੇ ਨਾਲ ਫਿਰ ਗੁਰੂ ਜੀ ਦੀ ਮਹਿਮਾ ਹਿਰਦੇ ਵਿੱਚ ਵਸਦੀ ਹੈ ਜੀ। ਚਲੋ, ਜੋ ਕੋਤਵਾਲ ਨੇ ਜਾ ਕੇ ਭੀਮ ਚੰਦ ਨੂੰ ਕਿਹਾ ਉਹ ਤੁਸੀਂ ਸੁਣ ਲਿਆ ਕੱਲ੍ਹ ਜੀ। ਭੀਮ ਚੰਦ ਰਾਜਨੀਤਿਕ ਬੰਦਾ, ਉਹ ਕਹਿੰਦਾ ਕੋਈ ਨਹੀਂ, ਹੁਣ ਨਹੀਂ ਮੈਂ ਹਾਥੀ ਮੰਗਦਾ, ਵਿਆਹ ਦੇ ਸਮੇਂ ਨਾਲੇ ਤੰਬੋਲ ਮੰਗਾਂਗੇ ਨਾਲੇ ਹਾਥੀ ਮੰਗਾਂਗੇ। ਚਲੋ, ਉਹਨੇ ਗੱਲ ਟਾਲ ਦਿੱਤੀ ਜੀ। ਇੱਧਰ ਵੱਡੀ ਗੱਲ ਇਹ ਹੈ ਕਿ ਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਮਸੰਦ ਰਹਿੰਦੇ ਆ ਜੀ, ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਰਹਿੰਦੇ ਆ, ਹਰ ਰੋਜ਼ ਗੁਰੂ ਜੀ ਦੇ ਕੌਤਕ ਵਰਤਦੇ ਵੇਖਦੇ ਆ, ਕਿਸੇ ਨਾ ਕਿਸੇ ਦੇ ਉੱਤੇ ਮਿਹਰ ਹੁੰਦੀ ਰੋਜ਼ ਵੇਖਦੇ ਆ ਜੀ। ਹੁਣ ਵੇਖੋ ਹਰਿਮੰਦਰ ਸਾਹਿਬ, ਹਰ ਰੋਜ਼ ਕਿਸੇ ਨਾ ਕਿਸੇ ਉੱਤੇ ਕਿਰਪਾ ਹੋ ਰਹੀ ਜੀ, ਕਿਸੇ ਨਾ ਕਿਸੇ ਉੱਤੇ ਕੀ ਕਈਆਂ ਦੇ ਉੱਤੇ ਕਿਰਪਾ ਹੋ ਰਹੀ ਜੀ। ਬਸ ਜਿਹਦੀ ਕਮਾਈ ਵੱਧ ਹੈ ਉਹਨੂੰ ਫਿਰ ਭਰੋਸਾ ਵੱਜ ਜਾਏਗਾ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਭਰੋਸਾ ਕਰਨ ਵਾਸਤੇ ਅੰਦਰ ਮਨ ਸ਼ੁੱਧ ਹੋਣਾ ਚਾਹੀਦਾ ਜੀ। ਹੁਣ ਸਿੱਧੀ ਜੀ ਇੱਕ ਗੱਲ ਹੈ ਵੀ ਇੱਕ ਗੁਰਮੁਖ ਕਥਾ ਕਰ ਰਹੇ ਸੀਗੇ ਵੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਿੱਚ ਤੇ ਸਰੋਵਰ ਦੇ ਇਸ਼ਨਾਨ ਕਰਨ ਨਾਲ ਬੜੇ ਪੁੰਨ ਵੱਧਦੇ ਆ ਜੀ। ਸਾਰੀ ਸੰਗਤ ਨੇ ਕਥਾ ਸੁਣੀ ਜੀ, ਤੇ ਕਥਾ ਸੁਣਦਿਆਂ ਸਾਰੀ ਇੱਕ ਗੁਰਮੁਖ ਆਪਣੀ ਗੱਡੀ ਚੁੱਕੀ ਤੇ ਉਹਨੇ ਸਿੱਧਾ ਹਰਿਮੰਦਰ ਸਾਹਿਬ ਗਿਆ ਜੀ। ਉਹ ਜੀ ਨਾਲੇ ਦਰਸ਼ਨ ਕੀਤੇ ਨਾਲੇ ਇਸ਼ਨਾਨ ਕੀਤਾ। ਕਿਉਂ? ਕਮਾਈ ਵੱਧ ਸੀ, ਤਤਕਾਲ ਹੀ ਅਸਰ ਹੋ ਗਿਆ ਜੀ। ਆਖੋ ਸ੍ਰੀ ਵਾਹਿਗੁਰੂ। ਕਮਾਈ ਵੱਧ ਸੀ, ਤਤਕਾਲ ਉਸੇ ਵੇਲੇ ਹੀ ਅਸਰ ਹੋ ਗਿਆ ਜੀ ਉਹਦੇ ਉੱਤੇ ਜੀ, ਉਸ ਗੱਲ ਦਾ ਜੀ। ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਜੀ। ਸਾਰੀ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਾਰ-ਬਾਰ ਇਸ ਗੱਲ ਉੱਤੇ ਜ਼ੋਰ ਦਿੱਤਾ ਵੀ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਹਾਂਜੀ, ਕਮਾਈ ਅਜੇ ਘੱਟ ਹੈ, ਸੁਣਦਾ ਬੰਦਾ ਇਰਾਦੇ ਬਣਾਉਂਦਾ ਰਹਿੰਦਾ ਜੀ। ਕੋਈ ਨਹੀਂ, ਜਪਾਂਗੇ, ਭਲ ਕੇ ਜਪਾਂਗੇ, ਛੇਤੀ ਉੱਠ ਜਾਵਾਂਗੇ। ਹਾਂਜੀ, ਨਾ ਛੇਤੀ ਉੱਠਿਆ ਜਾਵੇ ਤੇ ਨਾ ਜਪਿਆ ਜਾਵੇ ਜੀ। ਕਮਾਈ ਘੱਟ ਹੈ, ਅਸਰ ਤੇ ਹੋਇਆ ਜੀ, ਪਰ ਸੋਚਾਂ ਬਣਾਈ ਗਿਆ ਜੀ। ਅਸਰ ਤੇ ਹੋ ਗਿਆ ਵੀ ਆਪਾਂ ਨਾਮ ਜਪਣਾ ਹੈ, ਮਹਾਰਾਜ ਕਿਰਪਾ ਕਰਨਾ। ਤੇ ਕਮਾਈ ਘੱਟ ਹੈ, ਜੀ ਤੇ ਕਰਦਾ ਨਾਮ ਜਪਣ ਨੂੰ, ਜਪਿਆ ਨਹੀਂ ਜਾਂਦਾ ਤੇ ਬਹਾਨੇ ਬਣਾਉਂਦਾ ਬੰਦਾ ਜੀ। ਤੁਸੀਂ ਵੇਖਿਆ ਹੋਏਗਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਬੜੇ ਬੰਦੇ ਬਹਾਨੇ ਬਣਾਉਂਦੇ ਜੀ, ਫਿਰ ਬਹਾਨੇ ਜੀ। ਕੋਈ ਨਹੀਂ, ਜਪ ਲਾਂਗੇ ਜੀ, ਕੋਈ ਨਹੀਂ, ਗੁਰੂ ਜੀ ਕਿਰਪਾ ਕਰਨਾ। ਕਮਾਈ ਵੱਧ, ਗੱਲ ਸੁਣੀ, ਉਸੇ ਵੇਲੇ ਹੀ ਅਸਰ ਹੋ ਗਿਆ ਜੀ, ਉਸੇ ਵੇਲੇ ਹੀ ਅਸਰ ਹੋ ਗਿਆ। ਮਨਾ ਹੁਣ ਬਸ ਵਾਹਿਗੁਰੂ 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 ਉਦੋਂ ਹੀ ਸ਼ੁਰੂ ਕਰ ਦਿੱਤਾ ਜਪਣਾ ਜੀ। ਵੱਧ ਕਮਾਈ ਦਾ ਅਸਰ ਹੈ। ਪ੍ਰੇਮ ਨਾਲ ਸਾਰੇ ਕਹੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਇਹ ਆਪੋ ਆਪਣੀ ਕਮਾਈ ਦਾ ਹਿਸਾਬ ਹੁੰਦਾ ਜੀ, ਆਪੋ ਆਪਣੀ ਕਮਾਈ ਦਾ ਹਿਸਾਬ ਹੁੰਦਾ। ਕਰੋ ਕਮਾਈ। ਅੱਛਾ, ਇਹ ਜਿਹੜਾ ਤੁਸੀਂ ਬੈਠ ਕੇ ਕਥਾ ਸੁਣ ਰਹੇ ਹੋ 1 ਘੰਟਾ, ਇਹ ਵੀ ਕਮਾਈ ਦਾ ਹਿੱਸਾ ਬਣੇਗੀ ਜੀ। ਇਹ ਵੀ ਚੰਗੇ ਪ੍ਰਾਰਬਧ ਪੈਦਾ ਕਰੇਗੀ ਜੀ। ਪਰ ਜਿਹਦੀ ਕਮਾਈ ਵੱਧ ਹੈ
ਉਹਦੇ ਉੱਤੇ ਅਸਰ ਵੱਧ ਹੁੰਦਾ ਜੀ, ਅਸਰ ਵੱਧ ਹੁੰਦਾ ਜੀ। ਬੜੇ ਬੜੇ ਰੱਬ ਦੇ ਪਿਆਰੇ ਵੇਖੇ, ਬਸ ਇੱਕੋ ਵਾਰੀ ਗਏ ਜੀ, ਇੰਨੀ ਕਮਾਈ ਜੀ, ਇੱਕੋ ਵਾਰੀ ਗੱਲ ਸੁਣੀ, ਬਸ ਲੱਗ ਗਏ ਤੇ ਡਟ ਗਏ ਤੇ ਪਾਰ ਹੋ ਗਏ ਸਾਧ ਸੰਗਤ ਜੀ। ਹੁਣ ਕਮਾਈ ਘੱਟ ਹੈ, ਰਹਿੰਦੇ ਵੀ ਗੁਰੂ ਘਰ ਨੇ, ਰੋਜ਼ ਨਿਤ ਕੌਤਕ ਵਰਤਦਾ, ਵੇਖਦੇ ਨੇ ਮਸੰਦ, ਪਰ ਸਾਧ ਸੰਗਤ ਜੀ ਗੁਰਾਂ ਉੱਤੇ ਪੂਰਾ ਭਰੋਸਾ ਨਹੀਂ ਹੈਗਾ। ਤੇ ਮਾਤਾ ਜੀ ਨੂੰ ਸਮਝਾਉਣ ਵਾਸਤੇ ਗਏ ਜੀ। ਮਾਤਾ ਜੀ ਗੁਰੂ ਜੀ ਨੂੰ ਸਮਝਾਓ। ਮਾਤਾ ਗੁਜਰੀ ਜੀ ਕਹਿਣ ਲੱਗੇ ਵੀ ਤੁਸੀਂ ਸਮਝਾ ਲਓ। ਉਹ ਕਹਿੰਦੇ ਮਾਤਾ ਜੀ ਇਰਾਦਾ ਤੇ ਬਣਾ ਕੇ ਜਾਂਦੇ ਆ ਸਮਝਾਉਣ ਵਾਸਤੇ, ਵੀ ਸਮਝਾਵਾਂਗੇ ਜਾ ਕੇ, ਪਰ ਜਦੋਂ ਉਹਨਾਂ ਦੇ ਸਾਹਮਣੇ ਹੋਈਏ ਮੂੰਹੋਂ ਗੱਲ ਹੀ ਨਹੀਂ ਨਿਕਲਦੀ, ਕਿਉਂਕਿ ਪ੍ਰਤਾਪ ਬੜਾ ਨਾ ਸਤਿਗੁਰੂ ਜੀ ਦਾ। ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਮੂੰਹੋਂ ਗੱਲ ਹੀ ਨਹੀਂ ਨਿਕਲਦੀ। ਮਾਤਾ ਜੀ ਤੁਸੀਂ ਮਹਾਰਾਜ ਨੂੰ ਕਹੋ, ਤੁਸੀਂ ਗੁਰੂ ਜੀ ਨੂੰ ਸਮਝਾਓ। ਤੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਮਸੰਦਾਂ ਦੇ ਕਹਿਣ ਉੱਤੇ, ਜੋ ਮਸੰਦਾਂ ਨੇ ਕਿਹਾ ਨਾ ਜੀ, ਉਹ ਆ ਕੇ ਗੁਰੂ ਜੀ ਨੂੰ ਕਹਿਣ ਲੱਗ ਪਏ ਜੀ। ਉਹ ਆ ਕੇ ਗੁਰੂ ਜੀ ਨੂੰ ਕਹਿਣ ਲੱਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਐਵੇਂ ਪਹਾੜੀਆਂ ਦੇ ਨਾਲ ਝਗੜਾ ਨਾ ਕਰੀਏ। ਬੜੀਆਂ ਗੱਲਾਂ ਮਾਤਾ ਜੀ ਨੇ ਵੀ ਕਹੀਆਂ ਜੀ, ਉਂਝ ਨਹੀਂ ਮਾਤਾ ਜੀ ਨੇ ਕਹਿਣੀਆਂ, ਪਰ ਸਿਰਫ ਮਸੰਦਾਂ ਦਾ ਸੁਨੇਹਾ ਮਾਤਾ ਜੀ ਦੇ ਰਹੇ ਹੈ ਵੀ ਲਾਲ ਜੀ ਮਸੰਦ ਇੰਝ ਕਹਿੰਦੇ ਆ। ਸੱਚੇ ਪਾਤਸ਼ਾਹ ਜੀ ਨਾਲ ਨਾਲ ਗੱਲਾਂ ਸੁਣੀ ਜਾਣ ਮਾਤਾ ਜੀ ਦੀਆਂ, ਨਾਲ ਨਾਲ ਹੱਸੀ ਜਾਣ ਜੀ, ਭਾਵ ਮੁਸਕਰਾਈ ਜਾਣ ਜੀ। ਹਾਂਜੀ, ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਸਤਿਗੁਰੂ ਜੀ ਤੋਂ ਮਹਾਰਾਜ ਜੀ ਦੇ ਮਾਤਾ ਜੀ, ਸਤਿਗੁਰੂ ਜੀ ਦੇ ਮਾਤਾ ਜੀ ਮਸੰਦਾਂ ਦੇ ਕਹਿਣ ਉੱਤੇ ਮਸੰਦਾਂ ਦੀ ਗੱਲ ਸੁਣਾਉਣ ਵਾਸਤੇ ਆਏ ਹਨ। ਉਹਨਾਂ ਨੇ ਗੱਲਾਂ ਸੁਣਾਈਆਂ ਹਨ। ਹੁਣ ਅੱਗੋਂ ਆਪਾਂ ਕਥਾ ਸਰਵਣ ਕਰੀਏ। ਪਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨਹੁ ਮਾਤ ਮੈਂ ਜਨਮ ਸੋ ਧਾਰਾ, ਦੁਸ਼ਟਨ ਕੋ ਦਿਖਾऊं ਖਰ ਧਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮਾਤਾ ਜੀ ਨੂੰ ਕਹਿਣ ਲੱਗੇ। ਮਹਾਰਾਜ ਕਹਿੰਦੇ ਮਾਤਾ ਜੀ ਸੁਣੋ, ਇਹ ਜਿਹੜਾ ਅਸੀਂ ਜਨਮ ਲਿਆ ਨਾ, ਜਨਮ ਧਾਰਨ ਕੀਤਾ, ਸਤਿਗੁਰੂ ਕਹਿੰਦੇ ਦੁਸ਼ਟਾਂ ਨੂੰ ਦਾ ਨਾਸ਼ ਕਰਨ ਦੀ ਧਾਰਨ ਕੀਤਾ। ਸਤਿਗੁਰੂ ਆਪ ਬਾਣੀ ਵਿੱਚ ਲਿਖਦੇ, ਯਾਹੇ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨ ਮੰਗ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਜੜੋਂ ਵੱਢਣ ਵਾਸਤੇ ਆਏ ਦੁਸ਼ਟਾਂ ਨੂੰ। ਆਖੋ ਵਾਹਿਗੁਰੂ ਵਾਹਿਗੁਰੂ। ਜੜੋਂ ਪੁੱਟਣ ਵਾਸਤੇ ਆਏ ਆ। ਧੰਨ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਾਤਾ ਜੀ ਦੇ ਸਾਹਮਣੇ ਬੈਠੇ ਜੀ। ਉਮਰ ਗੁਰੂ ਜੀ ਦੀ 16 ਕੁ ਸਾਲਾਂ ਦੀ ਜੀ ਉਦੋਂ ਜੀ। ਹਾਂਜੀ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਅਸੀਂ ਤੇ ਜਨਮ ਹੀ ਇਸ ਕੰਮ ਲਈ ਧਾਰਨ ਕੀਤਾ, ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਆਏ ਆ। ਉੱਤਮ ਰਣ ਜਿਮ ਸੁਰ ਸਰ ਧਾਰਾ, ਤਿਸ ਤੇ ਨਿਜ ਜਨ ਕਰੋ ਉਧਾਰਾ। ਮਹਾਰਾਜ ਕਹਿਣ ਲੱਗੇ, ਲੋਕ ਕਹਿੰਦੇ ਨਾ ਗੰਗਾ ਦੀ ਧਾਰ ਉੱਤਮ ਹੈ। ਸਤਿਗੁਰੂ ਕਹਿੰਦੇ ਆ ਵੀ ਲੋਕ ਕਹਿੰਦੇ ਆ ਵੀ ਪਾਪ ਕੱਟਣ ਲਈ ਗੰਗਾ ਦੀ ਧਾਰ ਹੇਠਾਂ ਜਾਓ,
ਮਹਾਰਾਜ ਕਹਿੰਦੇ ਉਸੇ ਤਰ੍ਹਾਂ ਇਹਨਾਂ ਦੁਸ਼ਟਾਂ ਦਾ ਨਾਸ਼ ਕਰਨ ਦੀ ਤਲਵਾਰ ਦੀ ਧਾਰ ਚਾਹੀਦੀ, ਕਹਿਣ ਲੱਗੇ। ਇਹ ਸਭ ਕੁਝ ਚਾਹੀਦਾ, ਸੱਚੇ ਪਾਤਸ਼ਾਹ ਕਹਿਣ ਲੱਗੇ। ਕਰਹਿ ਕੁਟਿਲਤਾ ਜੇ ਮਦ ਮਾਨੀ, ਤਿਨ ਬਾਣੀ ਹਮ ਕਿਉ ਹੋ ਨਾ ਮਾਨੀ। ਤਿਸ ਤੇ ਨਿਜ ਜਨ ਕਰੋ ਉਧਾਰਾ। ਮਹਾਰਾਜ ਕਹਿਣ ਲੱਗੇ ਦੁਸ਼ਟਾਂ ਦਾ ਕਰਾਂਗੇ ਨਾਸ, ਤੇ ਬਾਜਾਂ ਵਾਲੇ ਕਹਿੰਦੇ ਜਿਹੜੇ ਸਾਡੇ ਸੇਵਕ ਨੇ ਉਹਨਾਂ ਦਾ ਉਧਾਰ ਵੀ ਕਰਨਾ ਆ। ਆਪਾਂ ਕੀ ਬਣਨਾ? ਗੁਰੂ ਜੀ ਦੇ ਸੇਵਕ, ਦਾਸ। ਹਮ ਚਾਕਰ ਗੋਬਿੰਦ ਕੇ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੇਵਕਾਂ ਦਾ ਭਲਾ ਵੀ ਕਰਾਂਗੇ ਅਸੀਂ, ਆਪਣੇ ਸੇਵਕਾਂ ਦਾ, ਪਿਆਰਿਆਂ ਦਾ ਉਧਾਰ ਕਰਾਂਗੇ। ਕਰਹਿ ਕੁਟਿਲਤਾ। ਕਰਹਿ ਕੁਟਿਲਤਾ ਜੇ ਮਦ ਮਾਨੀ। ਮਾਤਾ ਜੀ ਜਿਹੜੇ ਘਮੰਡੀ ਆ ਕੇ ਆਪਣੀ ਤਾਕਤ ਦਾ ਨਸ਼ਾ ਵਿਖਾਉਣਗੇ, ਵਾਹਿਗੁਰੂ ਆਪਣੀ ਤਾਕਤ ਵਿਖਾਉਣਗੇ, ਕੂਟਨੀਤੀ ਨਾਲ ਸਾਡੇ ਨਾਲ ਚੱਲਣਗੇ, ਤਿਨ ਬਾਣੀ ਹਮ ਕਿਉ ਹੋ ਨਾ ਮਾਨੀ। ਅਸੀਂ ਉਹਨਾਂ ਦੀ ਗੱਲ ਕਿਉਂ ਮੰਨਾਂਗੇ? ਕਹਿਣ ਲੱਗੇ ਗੱਲ ਮੰਨਾਂਗੇ, ਪਰ ਆਪਣੇ ਪਿਆਰਿਆਂ ਦੀ ਮੰਨਾਂਗੇ, ਇਹਨਾਂ ਦੁਸ਼ਟਾਂ ਦੀ ਨਹੀਂ ਮੰਨਣੀ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਆਪਣੇ ਪਿਆਰਿਆਂ ਨੂੰ ਬੜਾ ਮਾਣ ਬਖਸ਼ਿਸ਼ ਕੀਤਾ ਜੀ। ਆਖੋ ਸ੍ਰੀ ਵਾਹਿਗੁਰੂ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ। ਮਹਾਰਾਜ ਕਹਿੰਦੇ ਜਿਹੜੇ ਮੇਰੇ ਪਿਆਰੇ ਗੁਰੂ ਜੀ ਨੂੰ ਵੇਖਦੇ ਆ ਨਾ, ਮੈਂ ਤੇ ਉਹਨਾਂ ਤੋਂ ਬਲਿਹਾਰ ਜਾਨਾ। ਜਿਹੜੇ ਮੇਰੇ ਪਿਆਰੇ ਨੂੰ ਪਿਆਰ ਕਰਦੇ ਹੋ ਮੈਨੂੰ ਵੀ ਚੰਗੇ ਲੱਗਦੇ ਜੀ। ਮਹਾਰਾਜ ਆਪਣੇ ਮਾਤਾ ਜੀ ਨੂੰ ਕਹਿਣ ਲੱਗੇ ਬਚਨ ਮੰਨਾਂਗੇ, ਪਰ ਆਪਣੇ ਪਿਆਰਿਆਂ ਦੇ ਮੰਨਾਂਗੇ, ਕਹਿਣ ਲੱਗੇ। ਹਾਂਜੀ। ਸੋ ਨਾ ਲਖ ਹੈ ਕਿਹ ਆਪਨ ਸਮਾਨੀ, ਮੈਂ ਤਿਨ ਕੋ ਕਰਹੁ ਅਪਮਾਨੀ। ਮਹਾਰਾਜ ਕਹਿਣ ਲੱਗੇ ਉਹ ਜਿਹੜੇ ਦੁਸ਼ਟ ਨੇ, ਪਹਾੜੀ ਰਾਜੇ, ਇਹ ਤੇ ਆਪਣੇ ਬਰਾਬਰ ਸਮਝਦੇ ਹੀ ਨਹੀਂ ਕਿਸੇ ਨੂੰ, ਸਭ ਨੂੰ ਨੀਵਾਂ ਸਮਝਦੇ ਆ। ਅਸੀਂ ਕਿਉਂ ਉਹਨਾਂ ਦੀ ਗੱਲ ਮੰਨਾਂਗੇ? ਨਹੀਂ ਦੂਰ ਕੋ ਬਨਹਿ ਬਿਰੋਧੀ, ਗੁਰ ਸ਼ਰਧਾ ਮਧ ਜਿਨ ਬੁੱਧ ਰੋਧੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਾਤਾ ਜੀ, ਇਹ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ, ਪਰ ਜਿਨ੍ਹਾਂ ਦੀ ਬੁੱਧੀ ਗੁਰੂ ਦੀ ਸ਼ਰਧਾ ਨਾਲ ਭਿੱਜਦੀ ਨਹੀਂ ਹੈ, ਜਿਹੜੇ ਸ਼ਰਧਾ ਨਹੀਂ ਕਰਦੇ, ਉਹਨਾਂ ਨਾਲ ਤੇ ਵਿਰੋਧ ਆਪੇ ਹੀ ਹੈ। ਕਹਿਣ ਲੱਗੇ ਜਿਹੜੇ ਵੈਰ ਕਰਦੇ, ਤੇ ਜਿਹੜੇ ਪਿਆਰ ਕਰਦੇ ਆ ਉਹਨਾਂ ਦੇ ਅਸੀਂ ਸੇਵਕ ਹੈਗੇ। ਕਹਿਣ ਲੱਗੇ ਉਹਨਾਂ ਦੇ ਵਿਰੋਧੀ ਨਹੀਂ ਬਣਦੇ। ਹਾਂਜੀ। ਅਹੈ ਸਮੀਪੀ ਲਹੈ ਨਾ ਸੋਧੀ, ਧਰ ਅਹੰਕਾਰ ਸੋ ਉਦਤ ਅਬੋਧੀ। ਇਹ ਸਾਡੇ ਲਾਗੇ ਰਹਿ ਕੇ ਹੰਕਾਰ ਕਰਦੇ। ਕਹਿਣ ਲੱਗੇ ਹੰਕਾਰ ਕਰਦੇ, ਆਪਣੇ ਆਪ ਨੂੰ ਉੱਚੇ ਸਮਝਦੇ ਆ ਗੁਰੂ ਘਰ ਤੋਂ। ਹੇਮ ਕੁੰਟ ਮੈਂ ਤਪ ਕਰਤੇ। ਵਾਹਿਗੁਰੂ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਇਹ ਗੁਰੂ ਜੀ ਆਪਣੇ ਮਾਤਾ ਜੀ ਨਾਲ ਗੋਝ ਬਚਨ ਕਰ ਰਹੇ ਨੇ। ਜੇ ਮਹਾਰਾਜ ਆਪਣੇ ਸਿੱਖਾਂ ਨੂੰ ਪਿਛਲਾ ਜਨਮ ਦੱਸ ਸਕਦੇ ਤੇ ਆਪਣੇ ਬਾਰੇ ਵੀ ਤਾਂ ਦੱਸ ਹੀ ਸਕਦੇ ਆ ਜੀ। ਹੇਮ ਕੁੰਟ ਮੈਂ ਤਪ ਕਰਤੇ ਲਿਓ ਲਿਓ ਹਕਾਰ ਸਕਲ ਜਗ ਕਰਤੇ। ਮਹਾਰਾਜ ਕਹਿਣ ਲੱਗੇ ਫਿਰ ਸੁਣੋ ਮਾਤਾ ਜੀ, ਜਦੋਂ ਅਸੀਂ ਹੇਮਕੁੰਟ ਪਰਬਤ ਉੱਤੇ ਤਪ ਕਰ ਰਹੇ ਸਾਂ, ਉਦੋਂ ਮਹਾਰਾਜ ਦਾ ਨਾਮ ਸੀਗਾ ਦੁਸ਼ਟ ਦਮਨ ਜੀ। ਉਦੋਂ ਦੁਸ਼ਟ ਦਮਨ ਨਾਮ ਸੀ ਸਤਿਗੁਰੂ ਜੀ ਦਾ। ਮਹਾਰਾਜ ਕਹਿੰਦੇ ਅਸੀਂ ਤੇ ਤਪ ਕਰ ਰਹੇ ਸਾਂ, ਸਾਨੂੰ ਜਗਤ ਦੇ ਕਰਤੇ ਵਾਹਿਗੁਰੂ ਨੇ ਆਪਣੇ ਪਾਸ ਸੱਦਿਆ। ਪੜੋ ਭਾਈ ਵੀਰ ਸਿੰਘ ਜੀ ਨੂੰ। ਹੇਮਕੁੰਟ ਤੋਂ ਮਾਤ ਲੋਕ ਤੱਕ ਦਾ ਸਫ਼ਰ ਉਹਨਾਂ ਨੇ ਬਾਜਾਂ ਵਾਲੇ ਸਤਿਗੁਰੂ ਦਾ ਲਿਖਿਆ ਜੀ। ਮਹਾਰਾਜ ਕਹਿਣ ਲੱਗੇ ਅਸੀਂ ਤੇ ਉੱਤੇ ਤਪ ਕਰ ਰਹੇ ਸਾਂ, ਸਾਨੂੰ ਵਾਹਿਗੁਰੂ ਨੇ ਆਪਣੇ ਕੋਲ ਸੱਦਿਆ। ਕਰਿਓ ਪਠਾਵਨ ਜਗ ਮੈਂ ਮੋਹੇ, ਜਾਣੇ ਦੁਸ਼ਟ ਜਿਨਹੋ ਮਨ ਮੋਹ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਫਿਰ ਸਾਡੀ ਅਕਾਲ ਪੁਰਖ ਨੇ ਡਿਊਟੀ ਲਾਈ।
ਮਾਤਾ ਜੀ ਸਾਡੀ ਜ਼ਿੰਮੇਵਾਰੀ ਲਾਈ ਵੀ ਕਰਿਓ ਪਠਾਵਨ ਜਗ ਮਹਿ ਮੋਹੇ, ਸਾਨੂੰ ਦੁਨੀਆ ਵਿੱਚ ਭੇਜਿਆ। ਆਖੋ ਵਾਹਿਗੁਰੂ। ਵਾਹਿਗੁਰੂ। ਸਾਨੂੰ ਜਗਤ ਦੇ ਵਿੱਚ ਭੇਜਿਆ। ਮਹਾਰਾਜ ਆਪ ਲਿਖਦੇ, ਚਿਤ ਨਾ ਭਇਓ ਹਮਰੋ ਆਵਨ ਕਹਿ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮਹਿ। ਮਹਾਰਾਜ ਕਹਿੰਦੇ ਸਾਡਾ ਤੇ ਇਸ ਦੁਨੀਆ ਤੇ ਆਉਣ ਨੂੰ ਜੀ ਨਹੀਂ ਸੀ ਕਰਦਾ, ਸਾਡੀ ਤੇ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਚੁੱਭੀ ਪਈ ਸੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਵਾਹਿਗੁਰੂ ਨੇ ਹੁਕਮ ਲਾਤਾ। ਅੱਛਾ, ਇਕੱਲੇ ਮਾਤਾ ਜੀ ਨੂੰ ਨਹੀਂ ਕਿਹਾ, ਸਤਿਗੁਰੂ ਜੀ ਨੇ ਲਿਖ ਕੇ ਦੇ ਦਿੱਤਾ ਜੀ, ਜੋ ਨਿਜ ਪ੍ਰਭ ਮੋਹ ਸੋ ਕਹਾ, ਸੋ ਕਹਿਉ ਜਗ ਮਾਹੇ। ਕਹਿੰਦੇ ਜੋ ਮੈਨੂੰ ਵਾਹਿਗੁਰੂ ਨੇ ਕਿਹਾ ਉਹ ਮੈਂ ਤੁਹਾਨੂੰ ਦੱਸਦਾ ਹਾਂ। ਮੇਰੀ ਡਿਊਟੀ ਵਾਹਿਗੁਰੂ ਨੇ ਪੰਥ ਸਾਜਣ ਦੀ ਲਾਈ ਹੈ। ਪੰਥ ਸਾਜਣਾ ਮੇਰੀ ਡਿਊਟੀ ਲਾਈ। ਕਹਿਣ ਲੱਗੇ ਮਹਾਰਾਜ ਕਹਿੰਦੇ ਮੈਂ ਵੀ ਪਰਮੇਸ਼ਰ ਨੂੰ ਕਿਹਾ ਵੀ ਠਾਠ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰਹੁ ਸਹਾਏ। ਹੇ ਵਾਹਿਗੁਰੂ, ਪੰਥ ਤੇ ਉਦੋਂ ਹੀ ਜਗਤ ਤੇ ਚੱਲੇਗਾ ਜਦੋਂ ਤੁਸੀਂ ਸਾਡੀ ਮਦਦ ਕਰੋਗੇ। ਮਹਾਰਾਜ ਆਪਣੇ ਮਾਤਾ ਜੀ ਨੂੰ ਦੱਸ ਰਹੇ ਆ, ਕੁੰਡੀ ਖੋਲ ਰਹੇ ਆ। ਹੇਮਕੁੰਟ ਮੈਂ ਤਪ ਕਰਤੇ, ਲਿਓ ਹਕਾਰ ਸਗਲ ਜਗ ਕਰਤੇ, ਕਰਿਓ ਪਠਾਵਨ ਜਗ ਮਹਿ ਮੋਹੇ। ਸਾਨੂੰ ਦੁਨੀਆ ਵਿੱਚ ਭੇਜਿਆ, ਜਾਣੇ ਦੁਸ਼ਟ ਜਿਨਹੋ ਮਨ ਮੋਹ। ਆਖੋ ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਨੂੰ ਵਾਹਿਗੁਰੂ ਨੇ ਕਿਹਾ ਵੀ ਜਿਨ੍ਹਾਂ ਦੇ ਮਨ ਮੋਹ ਨਾਲ ਭਰੇ ਆ, ਹੰਕਾਰ ਨਾਲ ਭਰੇ ਆ ਤੇ ਦੁਸ਼ਟ ਨੇ, ਦੁਨੀਆ ਨੂੰ ਤੰਗ ਕਰਦੇ ਨੇ। ਹਾਂਜੀ, ਦੰਡ ਦੇਨ ਹਿਤ ਮੈਂ ਚੱਲ ਆਇਓ। ਸਾਨੂੰ ਵਾਹਿਗੁਰੂ ਜੀ ਨੇ ਕਿਹਾ ਵੀ ਉਹਨਾਂ ਨੂੰ ਦੰਡ ਦੇਣਾ, ਜਾ ਕੇ ਉਹਨਾਂ ਨੂੰ ਸਜ਼ਾ ਦੇਣੀ ਹੈ। ਮਾਤਾ ਜੀ ਅਸੀਂ ਤਾਂ ਉਹਨਾਂ ਦੁਸ਼ਟਾਂ ਨੂੰ ਸਜ਼ਾ ਦੇਣ ਵਾਸਤੇ ਆਏ ਆ। ਹਰ ਇੱਕ ਦੇ ਆਉਣ ਦਾ ਮਕਸਦ ਹੈ ਜੀ। ਦੁਸ਼ਟ ਗਰੇਸ਼ੁਰ ਚਾਹੇ ਦਬਾਇਓ। ਮਹਾਰਾਜ ਕਹਿਣ ਲੱਗੇ ਇਹ ਕੰਮ ਅਸੀਂ ਕਰਨਾ ਹੈ। ਇਹ ਦੁਸ਼ਟ ਪਹਾੜੀ ਰਾਜਾ ਸਾਨੂੰ ਨੱਪਣਾ ਚਾਹੁੰਦਾ। ਕਹਿਣ ਲੱਗੇ ਹਾਂਜੀ, ਜੇ ਮੋਹਿ ਪੂਜੈ ਹੈ ਤਿਨ ਰਖਵਾਰਾ। ਹੁਣ ਕਹਿਣ ਲੱਗੇ ਗੱਲ ਮਾਤਾ ਜੀ ਸੁਣੋ, ਜਿਹੜੇ ਤੇ ਗੁਰੂ ਘਰ ਨੂੰ ਪੂਜਣਗੇ, ਨਮਸਕਾਰਾਂ ਕਰਨਗੇ, ਗੁਰੂ ਘਰ ਨੂੰ ਪੂਜਣਗੇ, ਸੇਵਾ ਕਰਨਗੇ, ਉਹਨਾਂ ਦੀ ਤਾਂ ਅਸੀਂ ਰਾਖੀ ਕਰਾਂਗੇ। ਕਹਿਣ ਲੱਗੇ ਰਾਖੀ ਕਰਾਂਗੇ ਉਹਨਾਂ ਦੀ। ਮਹਾਰਾਜ ਰਾਖੀ ਕਰਦੇ ਵੀ ਨੇ। ਆਖੋ ਵਾਹਿਗੁਰੂ। ਵਾਹਿਗੁਰੂ। ਜਿਹੜੇ ਗੁਰੂ ਘਰ ਨੂੰ ਮੰਨਦੇ ਪੂਜਦੇ ਆ ਨਾ, ਗੁਰੂ ਸਾਹਿਬ ਉਹਨਾਂ ਦੀ ਰਾਖੀ ਕਰਦੇ ਆ, ਉਹਨਾਂ ਨੂੰ ਰੱਖ ਲੈਂਦੇ ਆ, ਉਹਨਾਂ ਨੂੰ ਬਚਾ ਲੈਂਦੇ ਆ। ਰਾਖਾਂ ਹਲਤਰੋ ਪਲਤ ਸੁਖਾਰਾ। ਮਹਾਰਾਜ ਕਹਿਣ ਲੱਗੇ ਮਾਤਾ ਜੀ ਜਿਹੜੇ ਗੁਰੂ ਘਰ ਨੂੰ ਪੂਜਣਗੇ, ਲੋਕ ਪਰਲੋਕ ਦੋਵਾਂ ਥਾਵਾਂ ਤੇ ਉਹਨਾਂ ਦੀ ਇੱਜ਼ਤ ਰੱਖਾਂਗਾ। ਸਾਧ ਸੰਗਤ ਜੀਓ, ਭਾਈ ਗੁਰਇਕਬਾਲ ਸਿੰਘ ਜੀ ਨੇ ਗੱਲ ਸੁਣਾਈ ਸੀ। ਇੱਕ ਬੱਚੀ ਮੂਲ ਮੰਤਰ ਦੇ ਪਾਠ ਬੜੇ ਕਰਦੀ ਸੀਗੀ, ਬੜਾ ਜਾਪ ਉਹਨੇ ਮੂਲ ਮੰਤਰ ਦਾ ਕਰਿਆ ਕਰਨਾ, ਇੰਨਾ ਜਾਪ ਕਰਨਾ, 8 ਪਹਿਰ ਜਾਪ ਕਰਨਾ। ਬਾਹਰ ਦੀ ਧਰਤੀ ਤੇ ਸੀ, ਵਿਦੇਸ਼ ਦੀ ਜੀ। ਤੇ ਵਾਹਿਗੁਰੂ ਥੱਲੇ ਬੇਸਮੈਂਟ ਵਿੱਚ ਗੱਡੀ ਲਾਈ ਦੀ ਉਹਨੇ, ਤੇ ਉਹਦੀ ਪੱਤ ਰੋਲਣ ਵਾਸਤੇ ਉੱਥੋਂ ਦੇ ਲੋਕ 2-4 ਉਹਦੇ ਵੱਲ ਵਧੇ। ਪਰ ਪਤਾ ਨਹੀਂ ਕੀ ਹੋਇਆ, ਇੱਕਦਮ ਉਹਨੂੰ ਵੇਖਦਿਆਂ ਸਾਰੀ ਉਹ ਭੱਜ ਗਏ ਜੀ। ਉਹਨੂੰ ਪੁੱਛਿਆ ਨਾ ਜਦੋਂ ਬੀਬੀ ਨੂੰ ਵੀ ਇਹ ਤੇਰੇ ਵੱਲ ਨੂੰ ਵੇਖ ਕੇ ਕਿਉਂ, ਉਹ ਕਹਿੰਦੀ ਮੈਨੂੰ ਨਹੀਂ ਪਤਾ। ਕਰਦਿਆਂ ਕਰਦਿਆਂ ਉਹਨਾਂ ਬੰਦਿਆਂ ਤੱਕ ਪਹੁੰਚ ਕੀਤੀ ਜੀ ਵੀ ਤੁਸੀਂ ਉਹਦੇ ਲਾਗੇ ਆ ਕੇ ਵੀ ਭੱਜ ਕਿਉਂ ਗਏ। ਉਹ ਕਹਿਣ ਲੱਗੇ ਵਾਹਿਗੁਰੂ, ਉਹ ਬੰਦੇ ਕਹਿਣ ਲੱਗੇ 2 ਨੀਲੇ ਚੋਲੇ ਪਾਏ ਵੱਡੇ ਵੱਡੇ ਨਿਹੰਗ ਸਿੰਘ ਇਹਦੇ ਨਾਲ ਤੁਰੇ ਫਿਰਦੇ ਆ। ਹੁਣ ਉਹ ਤੇ ਇਕੱਲੀ ਹੈ,
ਪਰ ਗੱਲ ਕੀ ਉਹ ਮੂਲ ਮੰਤਰ ਦੀ ਕਮਾਈ ਕਰਦੀ ਹੈ। ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਆ, ਜਿਹੜਾ ਸਾਨੂੰ ਪੂਜੇਗਾ ਨਾ ਮਾਤਾ ਜੀ, ਗੁਰੂ ਘਰ ਨੂੰ ਪੂਜੇਗਾ, ਇਸ ਦੁਨੀਆ 'ਚ ਵੀ ਭਲਾ ਕਰਾਂਗਾ, ਉਸ ਦੁਨੀਆ 'ਚ ਵੀ ਭਲਾ ਕਰਾਂਗਾ। ਦਾਸ ਨੇ ਅੱਗੇ ਵੀ ਸ਼ਾਇਦ ਇਹ ਬਚਨ ਸੁਣਾਇਆ ਹੋਵੇ। ਇਹ ਭਲੇ ਸਮੇਂ ਦੀ ਗੱਲ ਹੈ ਜੀ, ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਗੱਲ ਹੈ। ਉਦੋਂ ਦੀਆਂ ਅਖਬਾਰਾਂ ਦੇ ਵਿੱਚ ਵੀ ਇਹ ਗੱਲ ਆਈ ਸੀਗੀ ਜੀ। ਖਾਲਸਾ ਕਾਲਜ ਪੜ੍ਹਦਿਆਂ ਮੈਂ ਪੁਰਾਣੀ ਅਖਬਾਰ ਕਢਾ ਕੇ ਉਹ ਪੜ੍ਹਿਆ ਸੀ ਜੀ। ਇੱਕ ਨਵਾਂ ਵਿਆਹਿਆ ਜੋੜਾ ਉਹ ਅੰਮ੍ਰਿਤਸਰ ਤੋਂ ਜਾ ਰਿਹਾ ਸੀ ਸਾਧ ਸੰਗਤ ਜੀ ਪੰਜਾ ਸਾਹਿਬ ਦਰਸ਼ਨ ਕਰਨ ਵਾਸਤੇ। ਇੱਕ ਪਠਾਨ ਆਇਆ ਜੀ, ਉਹ ਕਹਿੰਦਾ ਵੀ ਤੁਹਾਨੂੰ ਲੈ ਜਾਣਾ ਮੈਂ। ਸਿੰਘ ਨੂੰ ਥੋੜੀ ਜਿਹੀ ਉਹਦੀ ਨੀਅਤ ਤੇ ਖਦਸ਼ਾ ਸੀ। ਉਹ ਕਹਿਣ ਲੱਗਾ ਵੀ ਪੱਕੀ ਗੱਲ ਹੈ, ਤੂੰ ਸਾਨੂੰ ਲੈ ਜਾਏਗਾ ਪ੍ਰੇਮ ਨਾਲ? ਉਹ ਕਹਿੰਦਾ ਹਾਂ। ਪੈਸੇ ਕਿੰਨੇ ਲੈਣੇ? ਉਹ ਕਹਿੰਦਾ ਕੋਈ ਪੈਸਾ ਨਹੀਂ, ਕੋਈ ਗੱਲ ਨਹੀਂ। ਤੇ ਗੱਲ ਕੀ, ਇਸ ਗੱਲ ਦਾ ਗੱਲਾਂ 'ਚ ਹੀ ਕਹਿ ਦਿੱਤਾ ਵੀ ਵੇਖ ਲੈ, ਇਹ ਸਾਡੀ ਗੱਲ ਪੱਕੀ ਹੋਈ ਹੈ ਤੇ ਸਾਡੀ ਇਸ ਗੱਲ ਦੇ ਗਵਾਹ ਗੁਰੂ ਗੋਬਿੰਦ ਸਿੰਘ ਹਨ। ਗੁਰੂ ਗੋਬਿੰਦ ਸਿੰਘ ਜੀ ਨੂੰ ਗਵਾਹ ਰੱਖ ਲਿਆ। ਸੱਚੀ ਘਟਨਾ ਜੇ। ਚਲੋ ਅੰਮ੍ਰਿਤਸਰ ਤੋਂ ਤੁਰੇ, ਪੰਜਾ ਸਾਹਿਬ ਜਾਣਾ ਸੀ। ਰਸਤੇ ਵਿੱਚ ਰਾਤ ਪਈ ਤੇ ਰਾਤ ਜਿੱਥੇ ਰੁਕੇ ਨਾ ਜੀ, ਉਸ ਪਠਾਨ ਦਾ, ਉਸ ਗੁਰਸਿੱਖ ਦੀ ਘਰ ਵਾਲੀ ਬੀਬੀ ਦੇ ਉੱਤੇ ਮਨ ਬੇਈਮਾਨ ਹੋ ਗਿਆ ਜੀ। ਸੁੱਤੇ ਪਏ ਸੀ, ਉਹਨੇ ਸਿੰਘ ਨੂੰ ਮਾਰ ਦਿੱਤਾ ਜੀ, ਮਾਰ ਦਿੱਤਾ ਜੀ, ਜਾਨੋਂ ਮਾਰਤਾ ਜੀ, ਖਤਮ ਕਰਤਾ। ਤੇ ਜ਼ਬਰਦਸਤੀ ਕਰਨ ਲੱਗਾ ਸਾਧ ਸੰਗਤ ਜੀ ਉਸ ਸਿੰਘਣੀ ਦੇ ਨਾਲ। ਉਹ ਕਹਿਣ ਲੱਗੀ, ਦੁਸ਼ਟਾ, ਪਾਪੀਆ, ਮੇਰੇ ਨੇੜੇ ਨਾ ਆਈ। ਉਹ ਕਹਿੰਦਾ ਵੀ ਘਰ ਵਾਲਾ ਤੇਰਾ ਮਰ ਗਿਆ, ਹੁਣ ਕੌਣ ਹੈ? ਕਹਿਣ ਲੱਗੀ ਤੈਨੂੰ ਚੇਤਾ ਨਹੀਂ, ਅਸੀਂ ਤੁਰਨ ਲੱਗਿਆਂ ਗੱਲਾਂ ਵਿੱਚ ਗੱਲ ਹੋਈ ਸੀ ਤੇ ਗਵਾਹ ਗੁਰੂ ਗੋਬਿੰਦ ਸਿੰਘ ਨੇ ਸਾਡੇ, ਜਾਮਨ ਨੇ। ਉਹਨੇ ਪਤਾ ਕੀ ਕਿਹਾ? ਕਹਿੰਦਾ ਘਰ ਵਾਲਾ ਤੇਰਾ ਹੁਣ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਨੂੰ ਤੇ ਉਹਨੇ ਤੇ ਮਰਿਆ ਹੀ ਸ਼ਬਦ ਵਰਤਿਆ ਜੀ, ਵੀ ਉਹਨਾਂ ਨੂੰ ਗਿਆ ਨੂੰ ਤੇ 300 ਸਾਲ ਹੋ ਗਏ ਆ। ਜਦੋਂ ਉਹਨੇ ਇਸ ਤਰ੍ਹਾਂ ਕਿਹਾ ਨਾ, ਉਹ ਚੀਕਾਂ ਮਾਰੀਆਂ ਜੀ ਉਹਨੇ। ਬਸ ਮਹਾਰਾਜ ਨੇ ਕਿਰਪਾ ਕੀਤੀ, 5 ਪਿਆਰਿਆਂ ਦੇ ਸਮੇਤ ਘੋੜੇ ਤੇ ਕਲਗੀਧਰ ਸੱਚੇ ਪਾਤਸ਼ਾਹ ਉੱਥੇ ਪ੍ਰਗਟ ਹੋ ਗਏ ਸੀਗੇ ਜੀ। ਇਹ ਹੁਣ ਦੀਆਂ ਘਟਨਾਵਾਂ ਨੇ। ਉਸ ਪਠਾਨ ਨੂੰ ਮਾਰਿਆ, ਸਿੰਘ ਨੂੰ ਜਿਉਂਦਿਆਂ ਕਰ ਦਿੱਤਾ ਸੱਚੇ ਪਾਤਸ਼ਾਹ ਨੇ। ਪ੍ਰਤੱਖ ਦਰਸ਼ਨ ਦਿੱਤੇ ਜੀ ਉਹਨਾਂ ਨੂੰ। ਲੋਕ ਵੀ ਮਹਾਰਾਜ ਕਹਿੰਦੇ ਮਾਤਾ ਜੀ ਮੈਂ ਸਵਾਰਾਂਗਾ ਤੇ ਪਰਲੋਕ ਵੀ ਮੈਂ ਸਵਾਰਾਂਗਾ। ਆਖੋ ਵਾਹਿਗੁਰੂ। ਆਪਣੇ ਪਿਆਰਿਆਂ ਦੀ ਰਾਖੀ ਕਰਾਂਗਾ, ਇਹ ਸਤਿਗੁਰੂ ਜੀ ਨੇ ਬਚਨ ਕੀਤਾ ਜੀ। ਸਵਾਰਦੇ ਲੋਕ ਵੀ ਸਵਾਰ ਦਿੰਦੇ, ਤੇ ਜਿਹਦਾ ਲੋਕ ਸਵਾਰ ਦਿੱਤਾ ਨਾ ਜੀ, ਗੁਰਮੁਖੋ ਮਰਨ ਤੋਂ ਬਾਅਦ ਉਹਨੂੰ ਚਿੰਤਾ ਨਹੀਂ, ਉਹਦਾ ਪਰਲੋਕ ਵੀ ਸਤਿਗੁਰੂ ਜੀ ਸਵਾਰ ਦਿੰਦੇ ਨੇ। ਹਾਂਜੀ। ਜੇ ਠੰਨ ਹੈ ਬਿਦ ਬਹੁ ਬੁਰਿਆਈ, ਤੇ ਜੇ ਕੋਈ ਸਾਡੇ ਨਾਲ ਬੁਰਿਆਈ ਕਰੇਗਾ, ਹਾਂਜੀ, ਸੰਗ ਤਿਨਹੋਂ ਕੇ ਕਰਵ ਲੜਾਈ। ਮਹਾਰਾਜ ਕਹਿਣ ਲੱਗੇ ਫਿਰ ਮੈਂ ਉਹਨਾਂ ਨਾਲ ਲੜਾਈ ਵੀ ਕਰਾਂਗਾ, ਉਹਨਾਂ ਨਾਲ ਜੰਗ ਵੀ ਕਰਾਂਗਾ। ਇਸ ਜਗ ਵੱਡ ਦੇ ਸੰਕਟ ਤਾਹੀ, ਇਸ ਜਗਤ ਵਿੱਚ ਸੰਕਟ ਦਵਾਂਗਾ ਉਹਨਾਂ ਨੂੰ, ਕਹਿਣ ਲੱਗੇ ਦੁੱਖ ਦਵਾਂਗਾ। ਮਰਹਿ ਪਰਹਿ ਪੁਨ ਦੋਜ਼ਕ ਮਾਹੀ, ਤੇ ਮਰਨ ਤੋਂ ਬਾਅਦ ਨਰਕਾਂ 'ਚ ਘੱਲਾਂਗਾ ਉਹਨਾਂ ਨੂੰ। ਆਖੋ ਵਾਹਿਗੁਰੂ। ਵਾਹ। ਕਿਉਂ? ਪਿਆਰਿਆਂ ਵਾਸਤੇ ਸਾਰੀਆਂ ਹੀ ਛੂਟਾਂ ਹੁੰਦੀਆਂ ਸਾਧ ਸੰਗਤ ਜੀ। ਹਾਂਜੀ। ਭੀਮ ਚੰਦ ਜੇ ਕਰਹਿ ਨ ਟਾਰਾ, ਮਾਤਾ ਜੀ
ਜੇ ਭੀਮ ਚੰਦ ਨਾ ਟਲਿਆ, ਹਾਂਜੀ, ਤੋ ਮੁੰਡੋਂ ਮੈਂ ਜੁਧ ਅਖਾਰਾ। ਤੋ ਮੰਡੋਂ ਮੈਂ ਜੁੱਧ ਅਖਾੜਾ। ਮਹਾਰਾਜ ਕਹਿਣ ਲੱਗੇ ਫਿਰ ਮੈਨੂੰ ਜੁੱਧ ਦਾ ਅਖਾੜਾ ਰਚਣਾ ਪੈਣਾ, ਜੰਗ ਕਰਾਂਗੇ ਅਸੀਂ, ਡਰਦੇ ਥੋੜੀ ਭੀਮ ਚੰਦ ਤੋਂ। ਕਹਿਣ ਲੱਗੇ ਤਰਾਸ ਧਾਰ ਦਬਕਤ ਕਿਤ ਨਾਹੀ। ਡਰ ਕੇ ਦੱਬਾਂਗੇ ਨਹੀਂ, ਮਹਾਰਾਜ ਕਹਿਣ ਲੱਗੇ ਡਰ ਕੇ ਨਹੀਂ ਰਹਾਂਗੇ ਅਸੀਂ। ਮੂਡ ਕਰ ਹੈ ਬਲ ਉਰ ਗਰਬਾਹੀ। ਉਹ ਕੀ ਹੈਗਾ? ਸੱਚੇ ਪਾਤਸ਼ਾਹ ਕਹਿਣ ਲੱਗੇ ਭੀਮ ਚੰਦ ਮੂਰਖ ਹੈਗਾ, ਐਵੇਂ ਹੀ ਹੰਕਾਰ ਕਰੀ ਜਾਂਦਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਬਾਣੀ 'ਚ ਖੋਤਾ ਲਿਖਿਆ ਇਹੋ ਜਿਹੇ ਬੰਦਿਆਂ ਨੂੰ ਜੀ। ਹਾਂਜੀ, ਗਿਰਪਤ ਕੋ ਤੋਰੋਂ ਹੰਕਾਰਾ। ਇਸ ਪਹਾੜੀ ਰਾਜੇ ਦਾ ਹੰਕਾਰ ਤੇ ਤੋੜਾਂਗਾ, ਮਹਾਰਾਜ ਕਹਿਣ ਲੱਗੇ। ਜਥਾ ਮਸਤ ਗਜ ਤਰ ਬੜ ਡਾਰਾ। ਜਿਵੇਂ ਮਸਤ ਹਾਥੀ ਵੱਡੇ ਬ੍ਰਿਛ ਨੂੰ ਭੰਨ ਦਿੰਦਾ ਨਾ, ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਇਹਦਾ ਹੰਕਾਰ ਤੋੜਨਾ। ਸ਼ਕਤ ਸਿਆਲ ਬਪਰੇ ਕੀ ਕਹਾਂ। ਗਿੱਦੜ ਵਿਚਾਰੇ ਦੀ ਫਿਰ ਕੀ ਸ਼ਕਤੀ ਰਹਿ ਜਾਂਦੀ ਹੈ? ਸ਼ੇਰ ਡਰਾਵਤ ਗਰਬਤ ਮਹਾ। ਜਿੱਥੇ ਸ਼ੇਰ ਆਵੇ ਉੱਥੇ ਗਿੱਦੜ ਦੀ ਕੀ ਸ਼ਕਤੀ ਰਹਿ ਜਾਂਦੀ ਹੈ? ਸੱਚੇ ਪਾਤਸ਼ਾਹ ਕਹਿੰਦੇ ਇਹ ਗਿੱਦੜ ਨੇ ਸਾਰੇ। ਆਖੋ ਵਾਹਿਗੁਰੂ। ਹਾਂਜੀ, ਬ੍ਰਿੰਦ ਮਸੰਦ ਅਧਿਕ ਤਨਵਾਨ। ਖਾਏ ਵਦੇ ਨਿਜ ਪੂਜਾ ਧਾਨ। ਹੁਣ ਦੂਜਿਆਂ ਦੀ ਗੱਲ ਸੁਣੋ। ਮਹਾਰਾਜ ਕਹਿਣ ਲੱਗੇ ਮਾਤਾ ਜੀ, ਜਿਨ੍ਹਾਂ ਮਸੰਦਾਂ ਨੇ ਤੁਹਾਨੂੰ ਸਿਖਾ ਕੇ ਸਾਡੇ ਕੋਲ ਭੇਜਿਆ ਨਾ, ਮਹਾਰਾਜ ਕਹਿਣ ਲੱਗੇ ਉਹ ਮਾਇਆ ਵਾਲੇ ਜ਼ਿਆਦਾ ਹੋ ਗਏ ਹੈ, ਪੈਸਾ ਜ਼ਿਆਦਾ ਆ ਗਿਆ ਤੇ ਪੂਜਾ ਦਾ ਧਾਨ ਖਾ ਖਾ ਕੇ ਮੱਤ ਖਰਾਬ ਹੋ ਗਈ ਹੈ, ਮੱਤ ਖਰਾਬ ਹੋ ਗਈ ਹੈ। ਦਾਸ ਨੇ ਆਪਣੀ ਜ਼ਿੰਦਗੀ ਵਿੱਚ ਵੇਖਿਆ ਜੀ, ਜਿਨ੍ਹਾਂ ਨੂੰ ਮਾਇਆ ਬਹੁਤ ਮਿਲਦੀ ਹੈ ਉਹ ਧਰਮ ਅਰਥ ਲਾਈ ਜਾਂਦੇ ਨਾ ਜੀ, ਸੇਵਾ ਵਿੱਚ ਲਾਈ ਜਾਂਦੇ, ਉਹਨਾਂ ਦੀ ਮੱਤ ਵਧੀਆ ਰਹਿੰਦੀ ਸਾਧ ਸੰਗਤ ਜੀ। ਨਹੀਂ ਤਾਂ ਦੁਨੀਆ ਜਿਹੜੀ ਮਾਇਆ ਸਾਨੂੰ ਦਿੰਦੀ ਹੈ, ਕੋਈ ਵਿਰਲਾ ਹੀ ਹੈ ਜਿਹੜਾ ਨਿਸ਼ਕਾਮ ਭਾਵਨਾ ਨਾਲ ਪ੍ਰੇਮ ਨਾਲ ਦਿੰਦਾ, ਨਹੀਂ ਤੇ ਸਾਰਿਆਂ ਦੀਆਂ ਦੁੱਖ ਤਕਲੀਫਾਂ ਵਾਲੀਆਂ ਅਰਦਾਸਾਂ ਹੁੰਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁੱਖ ਤਕਲੀਫ ਹੁੰਦੀਆਂ ਨੇ। ਕੋਈ ਵਿਰਲਾ ਹੁੰਦਾ ਜਿਹੜਾ ਖੁਸ਼ੀ ਨਾਲ ਦਿੰਦਾ, ਪ੍ਰੇਮ ਨਾਲ ਦਿੰਦਾ, ਨਹੀਂ ਤੇ ਇੱਛਾ ਧਾਰ ਕੇ ਲੋਕ ਦਿੰਦੇ ਆ, ਇੱਛਾ ਧਾਰ ਕੇ ਦਿੰਦੇ ਆ। ਕੀ ਕਹਿੰਦੇ ਆ ਵੀ ਜਦੋਂ ਕਿਸੇ ਦੀ ਮਦਦ ਕਰਦੇ ਆ ਤੇ ਦਵਾਈ ਲੈ ਕੇ ਦੇ ਦਿੰਦੇ ਆ, ਕਹਿੰਦੇ ਦਵਾਈ ਲੈ ਕੇ ਦੇ ਦਿਓ, ਆਪਾਂ ਦਵਾਈਆਂ ਤੋਂ ਬਚ ਜਾਵਾਂਗੇ। ਲਓ ਵੀ ਤੇਰੀਆਂ ਵੀ ਦਵਾਈਆਂ ਹੁਣ ਉਹ ਖਾਏਗਾ। ਹਾਂ, ਏਦਾਂ ਹੀ ਕਰਦੇ ਲੋਕ ਜੀ। ਇਸ ਕਰਕੇ ਉਦਾਂ ਕਿਸੇ ਨੂੰ ਦਵਾਈ ਲੈ ਕੇ ਦਿਓ, ਇੱਛਾ ਨਾ ਇਹ ਨਾ ਰੱਖੋ ਵੀ ਮੈਂ ਬਚਾਂਗਾ, ਇਹ ਇੱਛਾ ਨਹੀਂ ਰੱਖਣੀ। ਹਾਂ, ਭਲੇ ਹਿੱਤ ਦਿਓ। ਪੂਜਾ ਦਾ ਧਾਨ ਮਹਾਰਾਜ ਕਹਿੰਦੇ ਇਹਨਾਂ ਮਸੰਦਾਂ ਨੇ ਬੜਾ ਛਕ ਲਿਆ। ਮਾਤਾ ਜੀ ਮੱਤ ਵਿਗੜ ਗਈ ਇਹਨਾਂ ਦੀ, ਸ਼ਰਧਾ ਘਟ ਗਈ ਹੈ। ਕਾਤੁਰ ਚਿਤ ਕੇ ਜਿਮ ਬਨ ਹਰਣਾ। ਜਿਹੜਾ ਬੰਦਾ ਜ਼ਿਆਦਾ ਪੂਜਾ ਦਾ ਧਾਨ ਖਾਏਗਾ ਉਹਨਾਂ ਡਰਾਕਲ ਹੋਏਗਾ ਸਾਧ ਸੰਗਤ ਜੀ, ਡਰਾਕਲ ਹੋਏਗਾ। ਮਹਾਰਾਜ ਕਹਿੰਦੇ ਡਰਾਕਲ ਹੋ ਗਿਆ ਹੈ। ਕਾਤਰ ਚਿਤ ਕੇ ਬਨ ਜਿਮ ਬਨ ਹਰਣਾ। ਜਿਵੇਂ ਜੰਗਲ ਦੇ ਹਿਰਨ ਸ਼ੇਰ ਤੋਂ ਡਰਦੇ ਫਿਰਦੇ ਆ ਨਾ, ਉਵੇਂ ਇਹ ਵੀ ਡਰਦੇ ਮਹਾਰਾਜ ਕਹਿੰਦੇ ਮਸੰਦ ਹੈ। ਹਰਨਾ ਧੀਰਜ ਮਤ ਕੋ ਬਰਣਾ। ਮਹਾਰਾਜ ਕਹਿਣ ਲੱਗੇ ਇਹਨਾਂ ਦੀ ਮਾਤੀ ਚੋਰੀ ਹੋ ਜਾਂਦੀ ਹੈ, ਅਸਰ ਪੈਂਦਾ ਜੀ। ਗੁਰਮੁਖੋ ਇਸ ਗੱਲ ਦਾ ਬੜਾ ਹੀ ਅਸਰ ਪੈਂਦਾ। ਆਖੋ ਵਾਹਿਗੁਰੂ। ਵਾਹਿਗੁਰੂ। ਸ਼ਕੀ ਜਾਣਾ ਤੇ ਸੇਵਾ ਕਰਨੀ ਨਾ। ਆ ਕੱਲ ਪਰਸੋਂ ਸ਼ਾਇਦ ਮੈਂ ਬੇਨਤੀ ਕਰ ਰਿਹਾ ਸਾਂ ਕਿਤੇ ਵੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਇੱਕ ਸਿੱਖ ਰਹਿੰਦਾ ਸੀਗਾ ਜੀ। ਉਹ ਖੀਰ ਬੜੀ ਖਾਂਦਾ ਹੁੰਦਾ ਸੀਗਾ ਜੀ, ਖੀਰ ਬੜੀ ਚੰਗੀ ਲੱਗਦੀ ਸੀ। ਤੇ ਗੁਰਸਿੱਖਾਂ ਨੇ ਕਹਿਣਾ ਵੀ ਤੂੰ ਲੰਗਰ ਚੋਂ ਖੀਰ ਇੰਨੀ ਖਾਨਾ ਤੇ ਸੇਵਾ ਵੀ ਕਰਿਆ ਕਰ। ਉਹ ਕਹਿੰਦਾ ਵੀ ਸੇਵਾ ਤੇ ਮੈਂ ਕਰਾਂਗਾ, ਪਰ ਮੈਨੂੰ ਗੁਰੂ ਅੰਗਦ ਸਾਹਿਬ ਕਹਿਣ। ਗੁਰਸਿੱਖਾਂ ਨੇ ਕਿਹਾ ਵੀ ਦੱਸੋ ਇਹਦੇ ਵਿੱਚ ਮਹਾਰਾਜ ਕੀ ਆਖਣ, ਤੂੰ ਸੇਵਾ ਬੜੀ ਕਰਦਾ, ਵਾਹਿਗੁਰੂ ਖੀਰ ਬੜੀ ਖਾਨਾ ਤੇ ਸੇਵਾ ਕਰਿਆ ਕਰ।
ਚਲੋ ਗੁਰਸਿੱਖਾਂ ਨੇ ਬਾਬਾ ਬੁੱਢਾ ਜੀ ਨੂੰ ਆਖਿਆ, ਨਿਮਰਤਾ ਦੀ ਮੂਰਤੀ ਬਾਬਾ ਬੁੱਢਾ ਜੀ ਗਏ ਜੀ ਉਸ ਸਿੱਖ ਕੋਲ। ਬਾਬਾ ਜੀ ਕਹਿੰਦੇ, ਭਾਈ ਪਿਆਰਿਆ, ਗੁਰੂ ਘਰ ਵਿੱਚ ਰਹਿਣਾ, ਲੰਗਰ ਇੰਨਾ ਛਕਦਾ, ਖੀਰ ਇੰਨੀ ਖਾਣਾ, ਥੋੜੇ ਜਿਹੇ ਭਾਂਡੇ ਵੀ ਮਾਂਜ ਲਿਆ ਕਰ, ਸੇਵਾ ਵੀ ਕਰਿਆ ਕਰ। ਉਹ ਪਤਾ ਬਾਬਾ ਬੁੱਢਾ ਜੀ ਨੂੰ ਕੀ ਕਹਿੰਦਾ? ਕਹਿੰਦਾ, ਬਾਬਾ ਬੁੱਢਾ, ਤੇਰਾ ਕੰਮ ਕਥਾ ਕੀਰਤਨ ਕਰਨਾ, ਮੈਂ ਕਦੀ ਦਖਲਅੰਦਾਜ਼ੀ ਦਿੱਤੀ ਆ? ਬਾਬਾ ਜੀ ਕਹਿੰਦੇ, ਨਹੀਂ, ਤੂੰ ਨਹੀਂ ਦਖਲਅੰਦਾਜ਼ੀ ਦਿੱਤੀ। ਕਹਿੰਦਾ, ਫਿਰ ਤੁਸੀਂ ਮੇਰੇ ਕੰਮ 'ਚ ਕਿਉਂ ਦਖਲਅੰਦਾਜ਼ੀ ਦਿੰਦੇ ਹੋ? ਮੱਤ ਵਿਗੜ ਗਈ ਸੀ ਨਾ। ਸਿੱਖ ਚੁੱਪ, ਬਾਬਾ ਜੀ ਤੇ ਚੁੱਪ ਰਹੇ, ਪਰ ਸਿੱਖਾਂ ਨੇ ਮਹਾਰਾਜ ਨੂੰ ਦੱਸਿਆ, ਮਹਾਰਾਜ, ਫਲਾਣੇ ਸਿੱਖ ਨੇ ਬਾਬਾ ਬੁੱਢਾ ਜੀ ਨੂੰ ਵੀ ਮਾੜੇ ਬੋਲ ਬੋਲੇ। ਮਹਾਰਾਜ ਕਹਿੰਦੇ, ਸੱਦੋ ਉਹਨੂੰ। ਉਹ ਆ ਗਿਆ ਜੀ। ਸੱਚੇ ਪਾਤਸ਼ਾਹ ਉਹਦੇ ਵੱਲ ਵੇਖ ਕੇ ਅੰਦਾਜ਼ਾ ਲਾਇਆ ਵੀ ਇਹਦੀ ਉਮਰ ਪੂਰੀ ਹੋ ਗਈ ਹੈ, ਪਰ ਹੁਣ ਕੀ ਕੀਤਾ ਜਾਵੇ? ਸਤਿਗੁਰੂ ਕਹਿਣ ਲੱਗੇ, ਦੱਸ ਵੀ ਸਿੱਖਾ, ਤੂੰ ਕਹਿਣਾ ਸਾਡਾ ਹੀ ਬਚਨ ਮੰਨਣਾ, ਕਿਸੇ ਹੋਰ ਦਾ ਨਹੀਂ? ਕਹਿੰਦਾ, ਹਾਂ ਮਹਾਰਾਜ, ਤੁਹਾਡਾ ਹੀ ਬਚਨ ਮੰਨਣਾ ਹੈ। ਤੇ ਮਹਾਰਾਜ ਨੇ ਵੇਖ ਲਿਆ ਵੀ ਗੱਲਾਂ ਵਾਲਾ ਹੀ ਹੈ, ਕੰਮ ਵਾਲਾ ਨਹੀਂ ਹੈਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੱਲਾਂ ਵਾਲਾ ਹੀ ਹੈ, ਕੰਮ ਵਾਲਾ ਨਹੀਂ ਹੈਗਾ। ਹੁੰਦੀਆਂ ਫੌਜਾਂ ਇਹੋ ਜਿਹੀਆਂ, ਗੱਲਾਂ ਵੱਡੀਆਂ ਵੱਡੀਆਂ, ਜਿੰਨੀਆਂ ਮਰਜ਼ੀ ਵੱਡੀਆਂ ਕਰਾ ਲਓ, ਤੇ ਕੰਮ ਨਹੀਂ ਕਰਦੇ ਜੀ। ਮਹਾਰਾਜ ਕਹਿੰਦਾ ਕਿ ਜਾ ਫਿਰ ਬਾਹਰ ਬਾਲਣ ਬਾਲ ਤੇ ਵਿੱਚ ਬਹਿ ਜਾ। ਉਹਦਾ ਤੇ ਇੱਕ ਰੰਗ ਗਿਆ ਤੇ ਦੂਜਾ ਆਵੇ, ਦੂਜਾ ਆਵੇ ਤੇ ਤੀਜਾ ਜਾਵੇ। ਚਲੋ ਹੁਣ ਕਿਹਾ ਸੀ, ਕਰਨਾ ਤੇ ਪੈਣਾ ਸੀ। ਬਾਲ ਕੇ ਚਿਖਾ ਤੇ ਆਲੇ ਦੁਆਲੇ ਤੁਰਿਆ ਫਿਰੇ ਜੀ। ਕਿਉਂ? ਸੇਵਾ ਸਿਮਰਨ ਨਹੀਂ ਸੀ ਕੀਤਾ, ਇੰਨੀ ਜ਼ੁਰਤ ਨਹੀਂ ਸੀ ਹੈਗੀ ਵੀ ਵਿੱਚ ਚੌਂਕੜਾ ਮਾਰ ਲਵੇ ਜੀ। ਇੱਕ ਚੋਰ ਭੱਜਾ ਭੱਜਾ ਆਇਆ ਜੀ। ਉਹ ਵੇਖ ਕੇ ਕਹਿੰਦਾ, ਇਹ ਕੀ ਕਰਨ ਆ? ਕਹਿੰਦਾ, ਭਰਾਵਾ, ਗੁਰੂ ਅੰਗਦ ਸਾਹਿਬ ਨੇ ਬਚਨ ਕੀਤਾ ਈ, ਤੇ ਮੈਂ ਤੇ ਫਸ ਗਿਆ, ਅੱਗ ਤੇ ਬਾਲਦੀ ਵਿੱਚ ਨਹੀਂ ਬਹਿ ਸਕਦਾ। ਉਹ ਕਹਿੰਦਾ, ਆ ਮਾਇਆ ਸਾਰੀ ਲੈ ਲਾ ਤੇ ਗੁਰੂ ਜੀ ਦਾ ਬਚਨ ਮੈਨੂੰ ਦੇ ਦੇ। ਇਹਨੇ ਸਕੀਮ ਲਾਈ ਜੀ। ਕਹਿੰਦਾ, ਅੱਛਾ, ਮਹਾਰਾਜ ਨੇ ਪੈਸੇ ਦਿਵਾਉਣੇ ਸੀ ਮੈਨੂੰ, ਤਾਂ ਇਹ ਗੱਲ ਕਹੀ। ਕਹਿੰਦਾ, ਬਚਨ ਤੈਨੂੰ ਦਿੱਤਾ, ਲਿਆ ਮਾਇਆ ਦੇ ਦੇ। ਉਹ ਚੋਰ ਮਾਰ ਕੇ ਛਾਲ ਤੇ ਵਿੱਚ ਬਹਿ ਗਿਆ ਤੇ ਸੜ ਗਿਆ ਜੀ। ਕਿਉਂ? ਉਹਨੇ ਅੱਗੇ ਮਰਨਾ ਸੀਗਾ ਜੀ। ਇਹ ਸੱਚੀ ਘਟਨਾ ਹੈ, ਗੁਰੂ ਦਾ ਬਚਨ 'ਚ ਉਹਦੀ ਜਾਨ ਸੌਖੀ ਨਿਕਲ ਗਈ ਜੀ। ਅਸਲ 'ਚ ਜਿਹੜਾ ਬਹੇਗਾ, ਉਹ ਖੇਡ ਇਹ ਬਣਨੀ ਵੀ ਉਹਦੀ ਜਾਨ ਸੌਖੀ ਨਿਕਲਣੀ, ਪਤਾ ਹੀ ਨਹੀਂ ਸੀ ਲੱਗਣਾ ਜੀ। ਫਿਰ ਵੀ ਸਤਿਗੁਰੂ ਜੀ ਦਾ ਬਚਨ ਹੈ। ਹੁਣ ਜਿਹਨੇ ਨਹੀਂ ਮੰਨਣਾ, ਉਹਨੇ ਕਹਿਣਾ ਮਹਾਰਾਜ ਆਤਮ ਹੱਤਿਆ ਕਰਨ ਨੂੰ ਕਹਿ ਰਹੇ ਆ। ਨਹੀਂ, ਮਹਾਰਾਜ ਨੂੰ ਪਤਾ ਵੀ ਉਹਦੀ ਉਮਰ ਖਤਮ ਹੋ ਗਈ ਹੈ, ਤੇ ਮਾੜਾ ਜਿਹਾ ਉਹਨੇ ਜਾਣਾ ਸੀ ਤੇ ਉਹਦਾ ਸਰੀਰ ਛੁੱਟ ਜਾਣਾ ਸੀ। ਗੁਰਮੁਖਾਂ ਵਾਂਗੂ ਸੇਵਾ ਕੀਤੀ ਨਹੀਂ ਸੀਗੀ, ਸਿਮਰਨ ਕੀਤਾ ਨਹੀਂ ਸੀਗਾ, ਬਸ ਖਾਧਾ ਹੀ ਸੀਗਾ ਜੀ। ਇਹ ਹੁਣ ਮਾਇਆ ਬੈਠਾ ਗਿਣਨ ਦਿਆ, ਤੇ ਉਧਰੋਂ ਸਿਪਾਹੀ ਆ ਗਏ। ਉਹਨਾਂ ਵੇਖਿਆ ਚੋਰ ਇੱਥੇ ਬੈਠਾ, ਉਹਨਾਂ ਫੜ ਲਿਆ। ਇਹ ਬਥੇਰਾ ਕਹੇ ਵੀ ਚੋਰ ਉਹ ਸੜ ਗਿਆ ਜੇ, ਉਹ ਮੰਨਦੇ ਸੀਗੇ ਜੀ। ਉਹਨਾਂ ਰਾਜੇ ਨੂੰ ਸ਼ਿਕਾਇਤ ਲਾਈ। ਰਾਜਾ ਕਹਿਣ ਲੱਗਾ, ਮੈਨੂੰ ਵਿਖਾਉਣ ਤੋਂ ਬਗੈਰ ਹੀ ਉਹਨੂੰ ਸੂਲੀ ਤੇ ਚਾੜ ਦਿਓ। ਉਹ ਸੂਲੀ ਤੇ ਚੜ ਕੇ ਚਲੇ ਗਿਆ। ਚੋਰ ਦੀ ਮੌਤ, ਉਹ ਮਰ ਗਿਆ ਜੀ। ਆਖੋ ਸ੍ਰੀ ਵਾਹਿਗੁਰੂ। ਤੇ ਜਿਹੜੀ ਬੇਨਤੀ ਕਰ ਰਿਹਾ ਸਾਂ, ਪੂਜਾ ਦਾ ਧਾਨ, ਚੜਾਵੇ ਦਾ ਮਾਲ, ਇਹ ਛਕਣਾ ਸੌਖਾ ਨਹੀਂ ਹੁੰਦਾ, ਨਾਲ ਸੇਵਾ ਕਰਨੀ ਪੈਂਦੀ ਹੈ। ਮਹਾਰਾਜ ਕਹਿੰਦੇ, ਮਾਤਾ ਜੀ, ਇਹ ਮਸਾਂਦਾਂ ਦਾ ਹਿਸਾਬ ਖਰਾਬ ਹੋ ਗਿਆ। ਕਹਿਣ ਲੱਗੇ, ਹਾਂਜੀ, ਅਸ ਮਸਲਤ ਕੇ ਨਹਿ ਅਧਿਕਾਰੀ, ਹਾਂਜੀ, ਜਿਨਹੁ ਸੂਰਤਾ ਧੀਰ ਬਿਸਾਰੀ। ਹੁਣ ਇਹ ਧੀਰਜ ਸਲਾਹ ਦੇਣ ਦੇ ਅਧਿਕਾਰੀ ਨਹੀਂ ਹੈਗੇ ਸਾਨੂੰ। ਇਹ ਸਾਨੂੰ ਸਲਾਹ ਨਹੀਂ ਦੇ ਸਕਦੇ। ਇਹਨਾਂ ਨਾਮ ਸਿਮਰਨ ਘਟਾ ਦਿੱਤਾ, ਬਹਾਦਰੀ ਧੀਰਜਤਾ ਇਹਨਾਂ ਵਿੱਚ ਰਹੀ ਨਹੀਂ ਹੈ। ਇਨਕੇ ਭਨੇ ਨਾ ਬਨੋ ਕਲੀਵਾ। ਤੇ ਮਾਤਾ ਜੀ, ਐਵੇਂ ਇਹਨਾਂ ਦੇ ਕਹਿਣ ਤੇ ਨਾ ਡਰ ਨਾ ਆਪਣੇ ਮਨ ਵਿੱਚ ਲੈ ਕੇ ਆਓ।
ਬਸਨ ਕਹਾਂ ਹੋਏ ਰਿਪ ਤੇ ਨੀਵਾ। ਮਹਾਰਾਜ ਕਹਿਣ ਲੱਗੇ ਦੱਸੋ ਵੈਰੀ ਤੋਂ ਨੀਵੇਂ ਹੋ ਕੇ ਬੈਠੀਏ ਆਪਾਂ। ਹਾਂਜੀ। ਕਹਿਓ ਤੁਮਾਰੋ ਅਬ ਇਹ ਮਨ ਹੈ, ਹਮ ਉਤਪਾਤ ਪ੍ਰਥਮ ਨਹਿ ਠਨ ਹੈ। ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਮਾਤਾ ਜੀ ਇਹ ਹੁਣ ਹੀ ਕਹਿਣਾ ਮੰਨ ਰਹੇ ਮਸੰਦ, ਕੁਝ ਸਮੇਂ ਬਾਅਦ ਵੇਖਿਓ ਕਿਵੇਂ ਮੂੰਹ ਮੋੜਦੇ ਆ। ਉਹ ਗੱਲਾਂ ਸੱਚੀਆਂ ਹੋਣੀਆਂ ਜੀ। ਮਹਾਰਾਜ ਕਹਿਣ ਲੱਗੇ ਚਲੋ ਅਸੀਂ ਤੁਹਾਡੀ ਗੱਲ ਮੰਨ ਲੈਂਦੇ, ਅਸੀਂ ਹੁਣ ਇਹਨੂੰ ਕੁਝ ਨਹੀਂ ਕਹਾਂਗੇ। ਧਰ ਹੰਕਾਰ ਜੇ ਆਏ ਪਹਾੜੀ, ਕਿਉਂ ਹੂੰ ਚਾਹੇ ਕਰਨ ਬਿਗਾਰੀ। ਤੁਹਾਡੀ ਵੀ ਗੱਲ ਮੰਨ ਲੈਂਦੇ, ਮਸੰਦਾਂ ਦੀ ਵੀ ਮੰਨ ਲੈਂਦੇ, ਅਸੀਂ ਚੁੱਪ ਕਰਕੇ ਬਹਿ ਜਾਂਦੇ। ਪਰ ਜੇ ਭੀਮ ਚੰਦ ਆਪ ਹੀ ਚੜ ਕੇ ਆ ਗਿਆ ਹੰਕਾਰ ਕਰਕੇ, ਕਿਉਂ ਹੂੰ ਚਾਹੇ ਕਰਨ ਬਿਗਾਰੀ, ਤੇ ਫਿਰ ਦੱਸੋ ਜੇ ਉਹ ਆਪ ਹੀ ਵਿਗਾੜਨਾ ਚਾਹਵੇ ਤੇ। ਹਾਂਜੀ। ਬਾਹਰ ਨਾ ਹਮ ਤੇ ਹੋਵਹਿ ਟਾਰਾ। ਤੇ ਫਿਰ ਨਹੀਂ ਤੇ ਅਸੀਂ ਟੱਲਣਾ। ਮਹਾਰਾਜ ਕਹਿਣ ਲੱਗੇ ਫਿਰ ਨਾ ਸਾਨੂੰ ਕਿਉਂ ਮਾਤਾ ਜੀ। ਹਾਂਜੀ। ਮੋਰਾਂ ਕਰਕੇ ਬਿਨ ਹੰਕਾਰਾ। ਵੇ ਫਿਰ ਤਾਂ ਐ ਨੀਵੇਂ ਕਰਕੇ ਹੀ ਵਾਪਸ ਮੋੜਾਂਗੇ, ਰੁੰਡ ਮੁੰਡ ਕਰਕੇ ਭੇਜਾਂਗੇ। ਹਾਂਜੀ। ਸੁਨ ਜਨਨੀ ਨੰਦਨ ਕੇ ਬੈਨਾ, ਜਥਾ ਜੋਗ ਜਿਤ ਕੋ ਕਿਤ ਭੈ ਨਾ। ਆਖੋ ਸ੍ਰੀ ਵਾਹਿਗੁਰੂ। ਜਗਤ ਮਾਤਾ ਮਾਤਾ ਗੁਜਰੀ ਜੀ ਨੇ ਸੁਣਿਆ ਮਹਾਰਾਜ ਦੇ ਬਚਨਾਂ ਨੂੰ, ਤੇ ਮਾਤਾ ਜੀ ਨੇ ਅੰਦਾਜ਼ਾ ਲਾ ਲਿਆ ਵੀ ਇਹ ਨਹੀਂ ਡਰਨ ਵਾਲੇ, ਇਹਨਾਂ ਨੂੰ ਭੈ ਨਹੀਂ ਹੈਗਾ, ਇਹ ਯੋਧੇ ਨੇ, ਬਹਾਦਰ ਨੇ। ਇਹ ਮਾਤਾ ਗੁਜਰੀ ਜੀ ਨੇ ਆਪਣੇ ਮਨ ਵਿੱਚ ਫੁਰਨਾ ਬਣਾਇਆ ਜੀ। ਤਾਊ ਕਹਿਤ ਹੀ ਉੱਠ ਕਰ ਗਵਨੀ, ਇਤ ਸਭ ਭੀਮ ਚੰਦ ਕੀ ਅਵਨੀ। ਫਿਰ ਵੀ ਉੱਠਦਿਆਂ ਉੱਠਦਿਆਂ ਮਾਤਾ ਜੀ ਕਹਿਣ ਲੱਗ ਪਏ, ਕਹਿੰਦੇ ਲਾਲ ਜੀ ਬਸ ਇਸ ਗੱਲ ਦਾ ਧਿਆਨ ਰੱਖਿਓ, ਇਹ ਭੀਮ ਚੰਦ ਦਾ ਇਲਾਕਾ ਸਾਰਾ। ਹਾਂਜੀ। ਸ਼ਾਂਤ ਸਮੇਤ ਬਸੋ ਸੁਖ ਪਾਵੋ। ਵੀ ਸ਼ਾਂਤੀ ਨਾਲ ਰਹੀਏ, ਸੁੱਖ ਲਵਾਂਗੇ। ਨਹਿ ਨਿਜ ਤੇ ਉਤਪਾਤ ਉਠਾਵੋ। ਬਸ ਆਪਣੇ ਵੱਲੋਂ ਪਹਿਲ ਨਾ ਕਰਿਓ। ਆਖੋ ਵਾਹਿਗੁਰੂ। ਪਹਿਲ ਨਾ ਕਰਿਓ, ਤੇ ਮਹਾਰਾਜ ਨੇ ਪਹਿਲਾਂ ਹੀ ਕਹਿਤਾ ਜੀ। ਹਾਂਜੀ। ਨੰਦ ਚੰਦ ਕਰ ਬੰਦ ਬਖਾਨੀ। ਅਸਲ ਵਿੱਚ ਇਹ ਜਿਹੜੇ ਦੁਸ਼ਟ ਨੇ ਨਾ ਜੀ, ਇਹਨਾਂ ਤੋਂ ਉਤਪਾਤ ਪੈਦਾ ਹੋ ਹੀ ਜਾਂਦਾ ਜੀ। ਦੁਸ਼ਟ ਜਿਤੇ ਉਠਵਤ ਉਤਪਾਤਾ। ਜਿੰਨੇ ਵੀ ਦੁਸ਼ਟ ਨੇ ਇਹਨਾਂ ਤੋਂ ਉਤਪਾਤ ਪੈਦਾ ਹੁੰਦਾ ਜੀ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋ ਰਣ ਘਾਤਾ। ਰਣ ਘਾਤਾ। ਮਹਾਰਾਜ ਆਪ ਲਿਖਦੇ ਜੀ ਸੱਚੇ ਪਾਤਸ਼ਾਹ। ਮਾਤਾ ਜੀ ਉੱਠ ਕੇ ਜਾ ਰਹੇ ਹੈ, ਤੇ ਗੁਰੂ ਸਾਹਿਬ ਦੇ ਨਜ਼ਦੀਕੀ ਸਿੱਖ ਭਾਈ ਨੰਦ ਚੰਦ ਜੀ ਮੂਰਖ ਮਨ ਮੈਂ ਮਨ ਹੈ ਮਾਨੀ। ਉਹ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਭੀਮ ਚੰਦ ਮੂਰਖ ਹੈਗਾ, ਇਹ ਆਪਣੇ ਮਨ ਵਿੱਚ ਹਉਮੈ ਰੱਖਦਾ ਤੁਹਾਡੇ ਪ੍ਰਥਾਏ। ਬਾਕੀ ਉਹੋ ਜਿਹੇ ਮਸੰਦ ਨੇ ਜਿਹੜੇ ਮਾਤਾ ਜੀ ਨੂੰ ਕਹੀ ਜਾਂਦੇ ਆ। ਹਾਂਜੀ। ਮਾਨੀ ਪਰਬਤ ਪਤ ਕੇ ਕਹੇ, ਕਿਮ ਗਜ ਅਦਭੁਤ ਦੈਬੋ ਚਹੇ। ਬਾਕੀ ਮਾਤਾ ਜੀ ਨੂੰ ਵੀ ਕਿਹਾ ਉਹਨਾਂ ਨੇ, ਨੰਦ ਚੰਦ ਜੀ ਨੇ, ਵੀ ਇਹ ਪ੍ਰਸਾਦੀ ਹਾਥੀ ਕਿਸੇ ਪਹਾੜੀ ਰਾਜੇ ਦੇ ਕਹਿਣ ਉੱਤੇ ਸਤਿਗੁਰਾਂ ਨੇ ਨਹੀਂ ਦੇਣਾ। ਹਾਂਜੀ। ਬਾਹਰ ਅਪਰ ਕੁਛ ਜਾਚਨ ਕਰੇ। ਹੋਰ ਕੋਈ ਚੀਜ਼ ਮੰਗ ਲਵੇ। ਹਾਂਜੀ। ਲੇਕਰ ਗਰਭ ਹਿਰਦੈ ਮੈਂ ਧਰੇ। ਤੇ ਲੈ ਲਵੇ ਤੇ ਕਰ ਲੈ ਹੰਕਾਰ, ਪਰ ਹਾਥੀ ਨਹੀਂ ਦੇਣਾ ਗੁਰੂ ਸਾਹਿਬ ਨੇ। ਸਨੇ ਸਨੇ ਨਿਜ ਕਰ ਠਹਿਰਾਵੇ। ਕਿਉਂ ਮਾਤਾ ਜੀ ਹੌਲੀ ਹੌਲੀ ਉਹਨੇ ਹਾਥੀ ਨੂੰ ਆਪਣਾ ਕਰਕੇ ਲਾਗੇ ਰੱਖ ਲੈਣਾ। ਗੁਰੂ ਘਰ ਦੀ ਵਸਤੂ ਵਾਪਸ ਨਹੀਂ ਮੋੜਨੀ। ਬਸ ਹੈ ਹਮਾਰੇ ਦੇਸ਼ ਬਤਾਵੇ। ਪਤਾ ਕੀ ਕਹਿਣਾ? ਆਖੋ ਵਾਹਿਗੁਰੂ। ਵਾਹਿਗੁਰੂ। ਵੇਖੋ ਨੰਦ ਚੰਦ ਜੀ ਵੀ ਗੁਰੂ ਦੇ ਸਿੱਖ, ਉਹਨਾਂ ਨੂੰ ਪਤਾ ਅੰਦਰ ਦੀ ਗੱਲ। ਉਹ ਕਹਿੰਦੇ ਹੌਲੀ ਹੌਲੀ ਉਹਨੇ ਕਹਿਣਾ ਗੁਰੂ ਸਾਹਿਬ ਸਾਡੇ ਇਲਾਕੇ ਵਿੱਚ ਰਹਿੰਦੇ, ਫਿਰ ਕੀ ਜੇ ਸਾਨੂੰ ਹਾਥੀ ਦੇ ਵੀ ਦਿੱਤਾ ਤੇ ਮੈਂ ਨਹੀਂ ਮੋੜਨਾ ਹਾਥੀ। ਕਹਿੰਦੇ ਹੌਲੀ ਹੌਲੀ ਮਾਤਾ ਜੀ ਇੰਝ ਕਹਿਣਾ ਉਹਨੇ। ਇਸ ਕੋ ਦੈਬੋ ਨਾ ਹਨ ਆਛੇ। ਇਸ ਕਰਕੇ ਇਹਨੂੰ ਨਹੀਂ ਦਵਾਂਗੇ ਆਪਾਂ। ਪਰ ਹੈ ਬਿਗਾਰ ਜਾਨੀ ਹੈ ਬਾਛੇ। ਪਿੱਛੋਂ ਵਿਗਾੜ ਹੀ ਪੈਦਾ ਕਰਨਾ ਇਹਨਾਂ ਨੇ। ਹਾਂਜੀ। ਜਾਂ ਤੇ ਆਪ ਪ੍ਰਥਮ ਹੀ ਹੋਟਾ, ਕਬ ਜਬ ਕਬ ਸਨੇ ਸਰੈ ਇਸ ਟੋਟਾ। ਆਖੋ ਵਾਹਿਗੁਰੂ। ਇਸ ਕਰਕੇ ਪਹਿਲਾਂ ਹੀ ਨਾ ਕੀਤੀ ਚੰਗੀ ਹੈ। ਵੇਖ ਲਵਾਂਗੇ ਫਿਰ ਬਾਅਦ ਚੋਂ ਕੀ ਹੋਏਗਾ। ਕਹਿੰਦੇ
ਜਬ ਕਬ ਬਨਹਿ ਸਰਹਿ ਇਸ ਟੋਟਾ, ਆਖੋ ਵਾਹਿਗੁਰੂ। ਵਾਹਿਗੁਰੂ। ਜਦੋਂ ਕਦੋਂ ਕੋਈ ਗੱਲ ਬਣੇਗੀ ਤੇ ਭੀਮ ਚੰਦ ਨੇ ਤੇ ਨੁਕਸਾਨ ਹੀ ਕਰਨਾ, ਤੇ ਵੇਖ ਲਵਾਂਗੇ ਕੀ ਬਣਦਾ। ਹਾਂਜੀ। ਦਿਨ ਕਰ ਉਦਹੈ ਪ੍ਰਕਾਸ਼ ਮਹਾਨੇ, ਤਿਸ ਆਗੇ ਕਾ ਗਰਭ ਟਟਾਨੇ। ਉਹ ਮਾਤਾ ਜੀ ਨੂੰ ਭਾਈ ਨੰਦ ਚੰਦ ਕਹਿੰਦੇ, ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਮਾਤਾ ਜੀ, ਸੂਰਜ ਚੜ ਜਾਵੇ ਨਾ, ਸੂਰਜ, ਤੇ ਜੁਗਨੂੰ ਆਕੜ ਕਰਦਾ ਚੰਗਾ ਨਹੀਂ ਲੱਗਦਾ। ਉਹ ਤਾਂ ਟਟੈਣਾ ਹੈ, ਜੁਗਨੂੰ ਹੈ। ਐਡੇ ਵੱਡੇ ਸਾਡੇ ਸਤਿਗੁਰੂ ਜੀ ਨੇ, ਇਹ ਆਕੜ ਕਰਦਾ ਚੰਗਾ ਨਹੀਂ ਲੱਗਦਾ। ਮਹਾਰਾਜ ਤਾਂ ਸੂਰਜਾਂ ਦੇ ਸੂਰਜ ਨੇ। ਹਾਂਜੀ। ਸਾਗਰ ਤੀਰ ਬੂੰਦ ਹੰਕਾਰੈ। ਵੀ ਸਾਗਰ ਸਮੁੰਦਰ ਦੇ ਲਾਗੇ ਬੂੰਦ ਕਵੇ ਵੀ ਮੈਂ ਹੀ ਸਾਰਾ ਕੁਛ ਹੈਗੀ ਆ। ਹਾਂਜੀ। ਗੱਜ ਪਰ ਬਲ ਪਪੀਲ ਕਾ ਧਾਰੈ। ਬਸ ਫਿਰ ਇਸ ਤਰ੍ਹਾਂ ਨਹੀਂ ਹੁੰਦਾ ਮਾਤਾ ਜੀ, ਉਹ ਆਪ ਗਲਤ ਹੈ। ਹਾਂਜੀ। ਕਿਤ ਰੰਚਕ ਕਿਤ ਕੁੰਚਨ ਮੇਰ, ਕਹਾਂ ਮਸ਼ਕ ਕਿਤ ਸ਼ੇਰ ਦਲੇਰ। ਕਿੱਥੇ ਮਿੱਟੀ ਦੀ ਰੱਤੀ, ਕਿੱਥੇ ਸੋਨੇ ਦਾ ਪਹਾੜ। ਸਤਿਗੁਰੂ ਜੀ ਸੋਨੇ ਦੇ ਪਹਾੜ ਵਰਗੇ ਹੈ, ਇਹ ਮਿੱਟੀ ਦਾ ਇੱਕ ਕਿਣਕਾ ਹੈ, ਰੇਤ ਦਾ ਕਿਣਕਾ ਹੈ। ਕਹਾਂ ਮਸ਼ਕ ਕਿਤ ਸ਼ੇਰ ਦਲੇਰ, ਆਖੋ ਵਾਹਿਗੁਰੂ। ਵਾਹਿਗੁਰੂ। ਕਿਤੇ ਮਾਤਾ ਜੀ, ਕਿੱਥੇ ਮੱਛਰ, ਕਿੱਥੇ ਸ਼ੇਰ, ਕੋਈ ਮੁਕਾਬਲਾ ਹੈਗਾ। ਹਾਂਜੀ। ਚਹ ਸਮਤਾ ਕੈ ਅਧਿਕ ਬਡਾਈ, ਮੂਡ ਲਖ ਹੈ ਤਿਸ ਕੋ ਸਮੁਦਾਈ। ਇਸ ਕਰਕੇ ਮਾਤਾ ਜੀ, ਗੁਰੂ ਸਾਹਿਬ ਬੜੇ ਵੱਡੇ ਨੇ, ਇਹ ਬਹੁਤ ਛੋਟੇ ਆ ਪਹਾੜੀ ਰਾਜੇ। ਅਸਲ ਵਿੱਚ ਨੰਦ ਚੰਦ ਜੀ ਦਾ ਕਹਿਣਾ ਬਣਦਾ ਸੀਗਾ ਜੀ। ਕਿਉਂ? ਦੂਜੇ ਮਸੰਦ ਪਹਾੜੀਆਂ ਨੂੰ ਵੱਡੇ ਆਖੀ ਜਾਂਦੇ ਰਾਜਿਆਂ ਨੂੰ, ਤੇ ਭਾਈ ਨੰਦ ਚੰਦ ਜੀ ਵਡਿਆਈ ਕਰਦੇ ਸਤਿਗੁਰੂ ਜੀ ਦੀ ਜੀ। ਹਾਂਜੀ। ਲੱਖ ਮਹਿਮਾ ਕੋ ਕਰਹਿ ਨ ਟਾਰੋ, ਚਾਹੇ ਮੰਡਿਓ ਜੰਗ ਅਖਾਰੋ। ਮਾਤਾ ਜੀ, ਇਹਨੂੰ ਪਤਾ ਵੀ ਹੈ ਗੁਰੂ ਜੀ ਦੀ ਮਹਿਮਾ ਦਾ, ਫਿਰ ਵੀ ਇਹ ਟਲਦਾ ਨਹੀਂ ਭੀਮ ਚੰਦ, ਇਹ ਜੰਗ ਕਰਨਾ ਚਾਹੁੰਦਾ ਹੈ। ਹਾਂਜੀ। ਤਾਉ ਇਸ ਵਿਦ ਕੇ ਸ਼ਸਤਰ ਪ੍ਰਹਾਰੈ, ਹਾਰੈ ਭੈ ਦੇ ਸਦਨ ਸੰਭਾਰੈ। ਤੇ ਫਿਰ ਅਸੀਂ ਵੀ ਇਹੋ ਜਿਹੇ ਆਉਂਦੇ ਨੂੰ ਸ਼ਸਤਰ ਵਿਖਾਵਾਂਗੇ, ਡਰਦਾ ਹੋਇਆ ਘਰ ਵੜ ਜਾਏਗਾ ਕਹਿੰਦੇ। ਹਾਂਜੀ। ਜਬ ਦੇਖੋ ਗੋ ਰਣ ਮੈਂ ਹਾਥ, ਕਾਟੇ ਪਰੇ ਧਰਾ ਪਰ ਮਾਥ। ਵੀ ਜਦੋਂ ਜੰਗ ਵਿੱਚ ਆਵੇਗਾ ਨਾ, ਫਿਰ ਪਤਾ ਲੱਗੇਗਾ, ਅਜੇ ਤੇ ਗੱਲਾਂ ਹੀ ਨੇ। ਹਾਂਜੀ। ਸੁਨ ਕਿਰਪਾਲ ਮਾਤੁਲ ਨੇ ਕਹਿਓ, ਨੰਦ ਚੰਦ ਜੋੜਾ ਬਦਲਹਿਓ। ਉਹ ਮਾਮਾ ਕਿਰਪਾਲ ਚੰਦ ਜੀ ਵੀ ਲਾਗੇ ਬੈਠੇ ਸੀ। ਜਦੋਂ ਯੋਧਿਆਂ ਵਾਲੀਆਂ ਗੱਲਾਂ ਨੰਦ ਚੰਦ ਜੀ ਨੇ ਕੀਤੀਆਂ ਵੀ ਆ ਲੈਣ ਦਿਓ, ਆ ਲੈਣ ਦਿਓ, ਜੇ ਇਹਨਾਂ ਨੇ ਆਉਣਾ, ਦੋ ਹੱਥ ਕਰਾਰੇ ਅੱਗੋਂ ਵੱਜਣਗੇ, ਆਪੇ ਭੱਜਣਗੇ। ਮਾਮਾ ਕਿਰਪਾਲ ਚੰਦ ਜੀ ਕਹਿੰਦੇ ਵੀ ਨੰਦ ਚੰਦ ਬੜਾ ਵੱਡਾ ਯੋਧਾ ਭਾਈ, ਇਹ ਬੜੇ ਯੋਧਿਆਂ ਵਾਲੀਆਂ ਗੱਲਾਂ ਕਰਦਾ। ਬ੍ਰਿੰਦ ਮਸੰਦਨ ਤੇ ਇਹ ਨਿਆਰੋ। ਵੀ ਇਹ ਤਾਂ ਵੱਖਰਾ ਹੀ ਹੈ, ਇਹਨੇ ਮਸੰਦਾਂ ਵਾਂਗੂ ਢਿੱਲਾਪਨ ਨਹੀਂ ਵਿਖਾਇਆ, ਐਵੇਂ ਰੋਈ ਨਹੀਂ ਗਿਆ ਨੰਦ ਚੰਦ। ਸਤਿਗੁਰ ਆਸ਼ੇ ਲੱਖ ਬੇਵਾਰੋ। ਵੇ ਭਾਈ ਨੰਦ ਚੰਦ ਤਾਂ ਗੁਰੂ ਸਾਹਿਬ ਦੀ ਗੱਲ ਨੂੰ ਸਮਝਦਾ ਹੈ। ਨੰਦ ਚੰਦ ਸਿਆਣਾ ਹੈ, ਉਹ ਦੂਜਿਆਂ ਮਸੰਦਾਂ ਵਰਗਾ ਨਹੀਂ ਹੈ। ਸ਼੍ਰੀ ਕਲਗੀਧਰ ਸੁਨ ਮੁਸਕਾਏ, ਆਖੋ ਵਾਹਿਗੁਰੂ। ਤੇ ਬਾਜਾਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਨਾ, ਨੰਦ ਚੰਦ ਦੀਆਂ ਗੱਲਾਂ ਸੁਣ ਕੇ ਮੁਸਕਰਾਉਣ ਲੱਗ ਪਏ ਜੀ। ਮਹਾਰਾਜ ਖੁਸ਼ ਹੋ ਗਏ। ਵੇਖੋ ਨਾ ਜੀ, ਜਦੋਂ ਕੋਈ ਚੜ੍ਹਦੀ ਕਲਾ ਵਾਲੀ ਗੱਲ ਕਰਦਾ ਤੇ ਸੁਣਨ ਵਾਲਾ ਖੁਸ਼ ਹੁੰਦਾ ਜੀ, ਤੇ ਜਦੋਂ ਗੱਲ ਹੀ ਢਿੱਲੀ ਜੀ ਕਰਨੀ ਹੈ, ਢੇਂਦੀ ਕਲਾ ਵਾਲੀ ਕਰਨੀ ਹੈ, ਤੇ ਸੁਣਨ ਵਾਲੇ ਨੂੰ ਕਿੱਥੋਂ ਖੁਸ਼ੀ ਹੋਣੀ ਹੈ ਜੀ। ਨੰਦ ਚੰਦ ਜੀ ਨੇ ਚੜ੍ਹਦੀ ਕਲਾ ਵਾਲੇ ਬਚਨ ਕੀਤੇ, ਸੱਚੇ ਪਾਤਸ਼ਾਹ ਜੀ ਮਹਾਰਾਜ ਸੁਣ ਕੇ ਮੁਸਕਰਾਏ ਜੀ ਮਹਾਰਾਜ। ਨਿਸ਼ਚੈ ਇਮ ਹੀ ਜਥਾ ਬਤਾਏ। ਮਹਾਰਾਜ ਕਹਿਣ ਲੱਗੇ, ਮਾਮਾ ਕਿਰਪਾਲ ਚੰਦ ਜੀ ਜੋ ਕਿਹਾ ਠੀਕ ਕਿਹਾ, ਨੰਦ ਚੰਦ ਦੂਜੇ ਮਸੰਦਾਂ ਵਰਗਾ ਨਹੀਂ ਹੈ। ਹਾਂਜੀ। ਹਥਿਆਰਨ ਕੋ ਹਾਥ ਗਹੰਤਾ। ਮਹਾਰਾਜ ਕਹਿਣ ਲੱਗੇ ਸ਼ਸਤਰ ਧਾਰੀ ਹੈ, ਹੱਥ 'ਚ ਹਰ ਸਮੇਂ ਸ਼ਸਤਰ ਰੱਖਦਾ ਨੰਦ ਚੰਦ, ਨਿਤ ਪ੍ਰਤ ਬਹੁ ਅਭਿਆਸ ਚਹੰਤਾ। ਤੇ ਬਾਕੀ ਅਭਿਆਸ ਵੀ ਕਰਦਾ ਰੋਜ਼, ਹਰ ਰੋਜ਼ ਦਲੇਰੀ ਵੀ ਵਿਖਾਉਂਦਾ ਹੈ, ਸ਼ਸਤਰਾਂ ਦਾ ਅਭਿਆਸ ਕਰਦਾ ਨੰਦ ਚੰਦ ਯੋਧਾ। ਮਹਾਰਾਜ ਕਹਿਣ ਲੱਗੇ। ਸੋ ਅੱਗੋਂ ਕੱਲ ਦੇ ਦੀਵਾਨਾਂ 'ਚ ਸੁਣਾਂਗੇ
ਨੰਦ ਚੰਦ ਜੀ ਨੇ ਚੜ੍ਹਦੀ ਕਲਾ ਵਾਲੀ ਗੱਲ ਕੀਤੀ, ਗੁਰੂ ਜੀ ਨੇ ਉਹਨਾਂ ਨੂੰ ਬਖਸ਼ਿਸ਼ਾਂ ਦੇ ਕੇ ਨਵਾਜਣਾ ਜੀ। ਬਾਕੀ ਮਸੰਦ ਜਿਹੜੇ ਆ ਉਹਨਾਂ ਨੇ ਢਿੱਲੀ ਗੱਲ ਕੀਤੀ ਜੀ। ਹਾਂਜੀ, ਕਿਉਂ? ਉਹ ਜਪ ਤਪ ਨਹੀਂ ਕਰਦੇ, ਉਹ ਸੇਵਾ ਸਿਮਰਨ ਨਹੀਂ ਕਰਦੇ, ਇਸ ਕਰਕੇ ਮੱਤ ਵਿਗੜ ਗਈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਸਾਡੇ ਅੰਦਰ ਸ਼ਰਧਾ ਪੈਦਾ ਹੋਵੇ। ਲਓ ਹੁਣ 2 ਮਿੰਟ ਗੁਰਮੰਤਰ ਦਾ ਜਾਪ ਜਪ ਕੇ ਫਿਰ ਖਿਮਾ ਮੰਗੀਏ। ਪਿਆਰ ਨਾਲ ਸਾਰੇ ਕਹੋ ਜੀ, ਵਾਹਿਗੁਰੂ ਵਾਹਿਗੁਰੂ। ਪਿਆਰ ਨਾਲ, ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਭਾਈ ਨੰਦ ਚੰਦ ਜੀ ਹਰ ਗੱਲ ਨੂੰ ਵੇਖ ਕੇ ਖੁਸ਼ ਨੇ ਜੀ। ਜਦੋਂ ਜਾਪ ਸਾਹਿਬ ਪੜ੍ਹੀਏ ਨਾ, ਮਹਾਰਾਜ ਕਹਿੰਦੇ ਨਮੋ ਨਮੋ ਕਲਹ ਕਰਤਾ। ਹੇ ਵਾਹਿਗੁਰੂ, ਤੇਰਾ ਉਹ ਰੂਪ ਜਿੱਥੇ ਤੂੰ ਜੰਗ ਯੁੱਧ ਕਰ ਰਿਹਾ ਹੈ, ਉਹਨੂੰ ਮੇਰੀ ਨਮਸਕਾਰ ਹੈ। ਨਮੋ ਸ਼ਾਂਤ ਰੂਪੇ
ਜਿੱਥੇ ਤੂੰ ਸ਼ਾਂਤ ਰੂਪ ਹੋ ਕੇ ਬੈਠਾ ਹੈ, ਤੇਰੇ ਉਸ ਰੂਪ ਨੂੰ ਵੀ ਮੇਰੀ ਨਮਸਕਾਰ ਹੈ। ਅਸੀਂ ਕਹਿੰਦੇ ਸ਼ਾਂਤ ਰੂਪ ਚੰਗਾ ਹੈ ਤੇ ਜੰਗ ਯੁੱਧ ਵਾਲਾ ਰੂਪ ਨਹੀਂ ਚੰਗਾ। ਬਾਜਾਂ ਵਾਲੇ ਕਹਿੰਦੇ ਨਹੀਂ, ਦੋਵੇਂ ਰੂਪ ਚੰਗੇ ਆ। ਆਨੰਦ ਚੰਦ ਜੀ ਮਾਤਾ ਜੀ ਨੂੰ ਕਹਿੰਦੇ ਜੋ ਗੁਰੂ ਜੀ ਕਰ ਰਹੇ ਉਹ ਠੀਕ ਹੈ, ਮਸੰਦਾਂ ਦੇ ਮਗਰ ਨਾ ਲੱਗੋ, ਪਹਾੜੀ ਰਾਜੇ ਕਿਤੇ ਮੇਰੇ ਗੁਰੂ ਦੀ ਬਰਾਬਰੀ ਕਰ ਲੈਣਗੇ। ਉਹ ਕੀ ਨੇ ਕਹਿੰਦੇ, ਉਹ ਰੇਤ ਦਾ ਕਿਣਕਾ, ਗੁਰੂ ਜੀ ਸੋਨੇ ਦੇ ਪਹਾੜ। ਹਾਂ, ਰੇਤ ਦਾ ਕਿਣਕਾ ਜਿਹੜਾ ਹੈ ਹੀ ਰੇਤ ਦਾ, ਪਹਾੜ ਜਿਹੜਾ ਹੈ ਹੀ ਸੋਨੇ ਦਾ, ਬਰਾਬਰੀ ਕੋਈ ਨਹੀਂ। ਬੜੇ ਪ੍ਰਮਾਣ ਦਿੱਤੇ, ਬੜੇ ਪ੍ਰਮਾਣ ਦਿੱਤੇ। ਕਹਿੰਦੇ ਉਹ ਪਾਣੀ ਦੀ ਬੂੰਦ ਹੈ, ਸਤਿਗੁਰੂ ਸਾਡੇ ਸਮੁੰਦਰ ਵਰਗੇ ਹੈ, ਇਹ ਕਿੱਥੋਂ ਬਰਾਬਰੀ ਕਰ ਲੈਣਗੇ ਮੇਰੇ ਗੁਰੂ ਦੀ? ਕਿੱਥੋਂ ਬਰਾਬਰੀ ਕਰਨਗੇ? ਕਹਿੰਦੇ ਸਾਡੇ ਸਤਿਗੁਰੂ ਜੀ ਸੂਰਜਾਂ ਦੇ ਸੂਰਜ, ਉਹ ਜੁਗਨੂੰ ਟਟਹਿਣੇ ਹੈ, ਉਹ ਸਾਡੇ ਸੱਚੇ ਪਾਤਸ਼ਾਹ ਜੀ ਦੀ ਕਿੱਥੋਂ ਬਰਾਬਰੀ ਕਰਨਗੇ? ਕਿੰਨੀ ਸ਼ਰਧਾ ਭਰੀ ਭਾਈ ਆਨੰਦ ਚੰਦ ਜੀ ਦੇ ਅੰਦਰ ਦੀ। ਅੱਗੋਂ ਕੱਲ ਨੂੰ ਆਪਾਂ ਸਰਵਣ ਕਰਾਂਗੇ ਪਿਆਰ ਨਾਲ ਗੱਜ ਕੇ। ਪਹਿਲਾਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਿਓ, ਫਿਰ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।